ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਉਹ ਦੇਵਿਆਂ ਦਾ ਦੇਵ ਹੈ, ਇਸ ਕਰਕੇ ਉਹਨੂੰ ਨਮਸਕਾਰ ਹੈ। ਜੋ ਵੀ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਗਿਆਨਵਾਨ ਦੇਵ ਗਿਆਨਵਾਨ ਦੀ ਸੰਸਿਆ ਹੁੰਦਾ, ਗਿਆਨ ਦੇਣ ਵਾਲਾ ਦੇਵ ਹੈ, ਪਦਾਰਥ ਦੇਣ ਵਾਲਾ ਦੇਵ ਨਹੀਂ ਹੁੰਦਾ। ਸੰਸਾਰੀ ਪਦਾਰਥ ਦੇਣ ਵਾਲਾ ਦੇਵ ਨਹੀਂ ਹੁੰਦਾ। ਉਹ ਜੇ ਦਾਤਾ ਆਪਣੇ ਆਪ ਨੂੰ ਸਮਝ ਲਵੇ ਤਾਂ ਗਲਤ ਹੈ। ਸਮਝੇ? ਜੇ ਆਪਣੇ ਆਪ ਨੂੰ ਵੀ ਮੇਰੇ ਤੋਂ ਦਵਾਇਆ ਗਿਆ ਦਾਨ, ਮੈਂ ਤਾਂ ਵਿੱਚ ਮੀਡੀਅਮ ਇਹ ਸਮਝ ਲਵੇ, ਫਿਰ ਠੀਕ ਹੈ, ਨੌਕਰ ਵਾਂਗੂ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਦੇਵ ਤੇਰਾ ਦੇਵ ਹੈ, ਤੂੰ ਰਾਜਾਂ ਦਾ ਰਾਜਾ। ਰਾਜੇ ਵੀ ਤੇਰੇ ਅੰਡਰ ਨੇ, ਦੇਵਤੇ ਵੀ ਤੇਰੇ ਅੰਡਰ। ਜੇ ਦੇਵਤੇ ਕੋਈ ਦਿੰਦੇ ਨੇ ਕਿਸਮ ਤੇ ਤੋਂ ਲੈ ਕੇ ਦਿੰਦੇ। ਦੇਵ ਕੌਣ ਹੈ? ਦੇਵ ਅੰਤਰਾਤਮਾ। ਅੰਤਰਾਤਮਾ ਦੇਵ ਹੈ। ਦੇਵ ਕੋਲ ਕੁਛ ਨਹੀਂ ਹੁੰਦਾ। ਦੇਵ ਤਾਂ ਬੋਲਣੇ ਨਹੀਂ ਜਾਣਦਾ, ਉਹ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ। ਉਹ ਜੇ ਕੁਛ ਕਹਿੰਦਾ ਵੀ ਹੈ, ਦਿੰਦਾ ਵੀ ਹੈ ਨਾ, ਉਹ ਜਿਹੋ ਜਿਹਾ ਪਾਣੀ ਦਰਿਆ 'ਚ ਪਿੱਛੋਂ ਆਉਂਦਾ ਉਹ ਜਿਹਾ ਗਾਂ ਸਪਲਾਈ ਕਰ ਦਿੰਦਾ। ਤਾਂ ਜਿੰਨੀ ਕੁ ਕਰੰਟ ਆਉਂਦੀ ਹੈ, ਜਿੰਨੀ ਕੁ ਫੋਰਸ ਪਿੱਛੋਂ ਆਉਂਦੀ ਉਨੀ ਕੁ ਦੇ ਦਿੰਦੀ ਹੈ। ਡਿਮ ਲਾਈਟ ਆਉਂਦੀ ਹੈ, ਡਿਮ ਸਪਲਾਈ ਹੋ ਜਾਂਦੀ ਹੈ। ਜ਼ਿਆਦਾ ਆਉਂਦੀ ਹੈ, ਜ਼ਿਆਦਾ ਸਪਲਾਈ ਹੋ ਜਾਂਦੀ। ਉਹ ਤਾਰ ਤਾਂ ਬਿਜਲੀ ਨਹੀਂ ਬਣਾਉਂਦੀ, ਇਹ ਤੱਕ ਤਾਰ ਹੈ। ਅੰਤਰਾਤਮਾ ਦਾ ਤਾਰ ਹੈ। ਲਾਏ ਰਹਾਂ ਤਾਰ ਅੰਤਰਾਤਮਾ ਜੁੜਨਾ ਤਾਂ ਤਾਰੇ ਜੋੜਨੀ ਹੈ। ਤਾਰ ਨਾਲੇ ਜੁੜਨਾ, ਤਾਰ ਦੇ ਰਾਹੀਂ ਜੋ ਕੋ ਮਿਲਣਾ। ਨਿਰਾਲੰਬ ਨਿਤਯੰ ਸੋ ਰਾਜਾ ਤੇ ਰਾਜੰ। ਨਿਰਾਲੰਬ ਨਿਤਯੰ ਲੰਬ ਹੁੰਦਾ ਆਸਰਾ। ਜਿਹੜਾ ਆਸਰਾ ਹੋਵੇ ਨਾ, ਆਸਰੇ ਤੇ ਖੜਾ ਹੋਵੇ, ਉਹ ਲੰਬ ਹੁੰਦਾ। ਇੱਕ ਸਿੱਧੀ ਲਾਈਨ, ਜਿਵੇਂ ਕੰਧ ਹੈ, ਆਪਣੀ ਕੰਧ ਸਿੱਧੀ ਹੈ ਨਾ 90 ਡਿਗਰੀ ਤੇ, ਇਹ ਧਰਤੀ ਤੇ ਖੜੀ ਹੈ। ਇਹ ਧਰਤੀ ਤੇ ਲੰਬ ਹੈ, ਆਸਰੇ ਖੜੀ ਹੈ ਧਰਤੀ ਤੇ। ਨਿਰਾਲੰਬ ਕਹਿੰਦੇ ਜਿਹੜਾ ਕਿਸੇ ਆਸਰੇ ਨਹੀਂ ਖੜਾ। ਖੜਾ ਹੈ, ਕਿਸੇ ਆਸਰੇ ਨਹੀਂ ਖੜਾ। ਖੜਾ ਤਾਂ ਹੈ ਉਹ, ਪਰ ਉਹਨੂੰ ਕਿਸੇ ਦਾ, ਉਹਦੇ ਆਸਰੇ ਤਾਂ ਸਭ ਕੁਝ ਖੜਾ ਹੈ। ਜਿਵੇਂ ਹੁਣ ਕੰਨਾਂ ਦੇ ਆਸਰੇ ਤੇ ਕੋਈ ਛੱਤ ਖੜੀ ਹੈ, ਖੜੀ ਹੈ ਨਾ ਛੱਤ, ਪਰ ਕੰਨਾਂ ਵੀ ਆਸਰੇ ਧਰਤੀ ਦੇ ਖੜੀਆਂ ਨੇ। ਧਰਤੀ ਵੀ ਕਿਸੇ ਚੀਜ਼ ਦੇ ਆਸਰੇ ਖੜੀ ਹੈ। ਗਾਂ ਧਰਤੀ ਕਿ ਧਰਤੀ ਉਹਦੇ ਆਸਰੇ ਖੜੀ ਹੈ। ਬਾਕੀ ਤਾਂ ਸਾਰਿਆਂ ਨੂੰ ਆਸਰਾ ਚਾਹੀਦਾ ਹੈ। ਛੱਤ ਨੂੰ ਆਸਰਾ ਕੰਧਾਂ ਨਾ, ਕੰਧਾਂ ਨੂੰ ਆਸਰਾ ਧਰਤੀ ਦਾ, ਧਰਤੀ ਨੂੰ ਕਿਹਦਾ, ਧਰਤੀ ਨੂੰ ਆਸਰਾ ਉਹਦਾ। ਪਾਪ ਨਿਰਾਲੰਬ ਹੈ ਨਿਤਯੰ। ਔਰ ਨਿਤਯੰ ਦੇ ਰਹਿੰਦਾ ਨਿਰਾਲੰਬ। ਇਹ ਨਹੀਂ ਵੀ ਕੋਈ ਚਿਰ ਵਾਸਤੇ, ਜਿਵੇਂ ਜਾਨਵਰ ਉੱਡਦਾ ਆਕਾਸ਼ 'ਚ ਕੋਈ ਚਿਰ, ਉਹ ਤਾਂ ਬਿਨਾਂ ਆਸਰੇ ਤੇ ਉੜੀ ਜਾਂਦਾ। ਉਹ ਫਿਰ ਥੱਕ ਜਾਂਦਾ, ਥੱਲੇ ਆ ਜਾਂਦਾ। ਉਹ ਹਮੇਸ਼ਾ ਹੀ ਨਿਰਾਲੰਬ ਰਹਿੰਦਾ, ਨਿਤਯੰ। ਸਰਵਿਆਪੀ ਹੈ ਨਾ। ਸੋ ਰਾਜਾ ਅਧਿਰਾਜੰ। ਇਸ ਕਰਕੇ ਉਹਨੂੰ ਰਾਜਾ ਅਧਿਰਾਜ ਕਹਿੰਦੇ। ਰਾਜਾ ਦਾ ਰਾਜਾ ਅਧਿਰਾਜ ਹੁੰਦਾ ਹੈ। ਰਾਜਾ ਦਾ ਵੀ ਰਾਜਾ। ਇਹ ਤੋਂ ਉੱਪਰ ਕੋਈ ਨਾ ਹੋਵੇ, ਸਭ ਥੱਲੇ ਹੀ ਥੱਲੇ ਹੋਣ। ਅਲੇਖੰ ਅਪੇਖੰ ਅਭੂਤੰ ਅਦਵੈਖੰ। ਅਲੇਖ ਹੈ, ਅੱਖਰਾਂ ਦੇ ਵਿੱਚ ਉਹਨੂੰ ਲਿਖਿਆ ਨਹੀਂ ਬੰਦ ਕੀਤਾ ਜਾ ਸਕਦਾ। ਦੇਖੋ, ਚੇਤਨ ਨੂੰ ਅੱਖਰਾਂ ਦੇ ਵਿੱਚ ਬੰਦ ਕੀਤਾ ਨਹੀਂ ਜਾ ਸਕਦਾ। ਅੱਖਰ ਚੇਤਨ ਲਿਖਦਾ ਹੈ, ਬਾਣੀ ਚੇਤਨ ਬੋਲਦਾ ਹੈ, ਬਚਨ ਚੇਤਨ ਕਰਦਾ ਹੈ, ਗੱਲ ਚੇਤਨ ਕਰਦਾ ਹੈ, ਅੱਖਰਾਂ ਨਾਲ ਲਿਖਦਾ। ਪਰ ਅੱਖਰਾਂ ਤੋਂ ਔਰ ਗੱਲ ਤੋਂ ਚੇਤਨ ਪਰੇ ਹੁੰਦਾ। ਉਹਨੇ ਤਾਂ ਗੱਲ ਬੋਲਤੀ, ਗੱਲ ਹਵਾ ਦੇ ਵਿੱਚ ਚਲੀ ਗਈ, ਦੂਏ ਦੇ ਕੰਨ 'ਚ ਪੈ ਗਈ ਜਾ ਕੇ। ਪਰ ਉਹਦਾ ਉੱਥੇ ਹੀ ਖੜੇ ਬੋਲਣ ਵਾਲਾ ਤਾਂ, ਬੋਲਣ ਵਾਲਾ ਤਾਂ ਗੱਲ 'ਚ ਵੜ ਕੇ ਨਹੀਂ ਗਿਆ। ਉਹ ਤਾਂ ਉਹਦੇ ਵਿੱਚ ਨਹੀਂ ਹੈ। ਜੇ ਉਹ ਗੱਲ ਦੇ ਵਿੱਚ ਨਹੀਂ ਤਾਂ ਅੱਖਰਾਂ 'ਚ ਕਿਵੇਂ ਆ ਜੂ? ਜੇ ਬੋਲ ਵਿੱਚ ਨਹੀਂ ਹੈ ਬੋਲਣ ਵਾਲਾ ਆਪਣੇ ਬੋਲ ਵਿੱਚ ਨਹੀਂ ਹੈ, ਜੇ ਤਾਂ ਬੋਲਣਾ ਜਾਏ, ਬੋਲਤਾ ਅੱਖਰ ਆਵਾ। ਜੇ ਤੇ ਬੋਲ ਉਹਦੀ ਜਗ੍ਹਾ ਅੱਛਾ ਨਹੀਂ ਹੁੰਦਾ, ਤੇ ਬੋਲ ਵਿੱਚ ਤਾਂ ਬੋਲਣ ਵਾਲਾ ਹੈ ਨਹੀਂ। ਫਿਰ ਅੱਖਰਾਂ 'ਚ ਕਿਵੇਂ ਵਾੜਤਾ ਤੁਸੀਂ? ਇਹ ਤੋਂ ਪਤਾ ਲੱਗਦਾ ਹੈ ਬੁੱਧੀਹੀਣਾਂ ਦਾ, ਅਸੰਖ ਮੂਰਖ ਅੰਧ ਘੋਰ।
ਜਿਹੜੇ ਆਮ ਆਦਮੀ ਪਹਿਲੇ ਸਟੇਜ 'ਚ ਮੂਰਖਤ ਘੋਰ ਹੈ, ਬਣਨਾ ਤੇ ਧਾਰਮਿਕ ਉਹ ਚਲੇ ਗਏ ਧਰਮ ਦੀ ਦੁਨੀਆ 'ਚ, ਜਿਹੜੀ ਮੋਸਟ ਇੰਟੈਲੀਜੈਂਟ ਬੰਦੇ ਦਾ ਕੰਮ ਹੈ, ਜਿਹਨੂੰ ਬਿਰਲੇ ਹੀ ਜਾਣ ਸਕਦੇ ਨੇ, ਬਿਰਲੇ ਨਹੀਂ ਕਰੇ, ਜਿਹਨੂੰ ਬਿਰਲੇ ਸਮਝ ਸਕਦੇ ਨੇ, ਉਧਰ ਚਲੇ ਗਏ ਇਹ ਸਾਰਾ ਭੀੜ ਮੂਰਖਤ ਘੋਰਾਂ ਦੀ। ਉਹਨਾਂ ਨੇ ਆਪਣੇ ਅਰਥ ਨਵੇਂ ਹੀ ਬਣਾ ਲਏ, ਹੋਰ ਦੇ ਹੋਰ ਹੀ ਧਰਮ ਸਮਝ ਲਏ। ਇਹ ਮੂਰਖਤ ਘੋਰਾਂ ਦੀਆਂ ਗੱਲਾਂ ਨੇ ਬਣਾਈਆਂ ਹੋਈਆਂ। ਲੋਕਾਰੀਤ ਬਣ ਜਾਂਦੀ ਹੈ ਧਰਮ ਨਹੀਂ ਰਹਿੰਦਾ ਹੁੰਦਾ, ਲੋਕਾਰੀਤ ਹੁੰਦੀ। ਉਹ ਲੋਕਾਰੀਤ ਦੇ ਤਿਆਗਣ ਨੂੰ ਕਿਹਾ, ਪ੍ਰਥਮੇ ਤਿਆਗੀ ਹੋਵੇ ਪ੍ਰੀਤ, ਦੂਜੇ ਤਿਆਗੀ ਲੋਕਾਰੀਤ। ਧਰਮ ਤਾਂ ਲੋਕਾਰੀਤ ਬਣ ਜਾਂਦੇ ਹੁੰਦੇ ਨੇ। ਲੋਕਾਰੀਤ ਇਹ ਸਵੇਰੇ ਉੱਠਣਾ, ਹੁਣ ਇਸ਼ਨਾਨ ਕਰ ਲਗੇ ਉੱਥੇ, ਅੱਜ ਸੂਰਜ ਗ੍ਰਹਿਣ ਦਾ ਲੋਕਾਰੀਤ ਹੈ ਨਾ। ਬਹੁਤ ਦੁਨੀਆ ਡੁੱਬ ਕੇ ਮਰ ਜਾਣਾ, ਕਿੰਨੇ ਲੋਕਾਂ ਦੇ ਐਕਸੀਡੈਂਟ ਹੋ ਗਏ, ਸਾਰੇ ਟੱਬਰ ਮਰ ਗਏ ਰਾਹ 'ਚ। ਲੋਕਾਰੀਤ ਹੈ ਇਹ, ਲੋਕਾਰੀਤ ਹੈ। ਜਿਹੜੇ ਬਿਰਲੇ ਨੇ ਉਹ ਲੋਕਾਰੀਤ ਤੇ ਮਗਰ ਨਹੀਂ ਜਾਂਦੇ ਹੁੰਦੇ। ਜਿਹੜੇ ਲੋਕਾਰੀਤ ਤਿਆਗ ਦਿੰਦੇ ਨੇ ਉਹ ਉਹਨਾਂ ਬਿਰਲੇ ਸ਼ਾਮਲ ਹੁੰਦੇ ਨੇ, ਉਹ ਬੰਦੇ ਧਾਰਮਿਕ ਹੁੰਦੇ ਨੇ। ਲੋਕਾਰੀਤ ਤਿਆਗਣ ਤੋਂ ਬਾਅਦ ਧਰਮ ਦੀ ਪੌੜੀ ਸ਼ੁਰੂ ਹੁੰਦੀ ਹੈ। ਜਿਹੜੇ ਲੋਕ ਗੁਰਦੁਆਰੇ ਜਾਂਦੇ ਨੇ, ਠੀਕ ਹੈ, ਇਹਨਾਂ ਚੋਂ ਹੀ ਬਿਰਲੇ ਨਿਕਲਣੇ ਨੇ, ਨਿਕਲਣੇ ਇਹਨਾਂ ਵਿੱਚੋਂ ਹੀ ਨੇ ਬਿਰਲੇ ਉਹ। ਪਰ ਬਿਰਲੇ ਜਿਹੜੇ ਨਿਕਲੇ ਆਉਣਗੇ ਉਹ ਧਾਰਮਿਕ ਨੇ, ਦੂਏ ਉਦਾਂ ਹੀ ਨੇ, ਮੂਰਖੰਦ ਹੋ ਰਹੇ ਨੇ। ਨਿਕਲਣੇ ਇਹਨਾਂ ਚੋਂ ਹੀ ਨੇ। ਇਹ ਰੰਗਰੂਟ ਕਹਿ ਲਓ, ਇਹ ਰੰਗਰੂਟ ਨੇ, ਇਹਨਾਂ ਚੋਂ ਹੀ ਕੋਈ ਨਿਕਲਦਾ ਹੁੰਦਾ, ਨਿਕਲਦਾ ਇਹਨਾਂ ਚੋਂ ਹੀ ਹੁੰਦਾ। ਪਰ ਇਹ ਲੋਕਾਰੀਤ ਵਾਲੇ ਹੁੰਦੇ ਨੇ ਉੱਥੇ ਇਹਨਾਂ 'ਚ। ਕਬੀਰ ਵੀ ਇਹਨਾਂ 'ਚੋਂ ਨਿਕਲਿਆ, ਭਗਤ ਇਹਨਾਂ 'ਚੋਂ ਨਿਕਲੇ ਨੇ, ਨਿਕਲਦੇ ਇਹਨਾਂ 'ਚੋਂ ਹੀ ਨੇ, ਇਹ ਕੋਈ ਸ਼ੱਕ ਨਹੀਂ। ਪਰ ਇਹ ਸਾਰੇ ਧਾਰਮਿਕ ਨਹੀਂ ਹੁੰਦੇ ਲੋਕਾਰੀਤ ਵਾਲੇ, ਇਹਦਾ ਮੂਰਖੰਦ ਘੋਰ ਹੁੰਦੇ ਨੇ। ਅੱਛਾ, ਜਿਹੜੇ ਨਿਕਲਦੇ ਨੇ ਜੋ ਬਾਹਰ, ਉਹਨਾਂ ਨੂੰ ਕਰਾਈਏ ਕਹਿੰਦੇ ਨੇ। ਫਿਰ ਇਹ ਮੂਰਖੰਦ ਘੋਰ ਤਾਂ ਹੀ ਨੇ ਨਾ। ਅਸਲੀ ਜਿਹੜੇ ਛੱਡ ਕੇ ਨਿਕਲਦੇ ਨੇ ਉਹਨਾਂ ਦੇ ਖਿਲਾਫ ਹੋ ਜਾਂਦੇ ਨੇ, ਉਹਨਾਂ ਨੂੰ ਕਰਾਈਏ ਕਹਿੰਦੇ ਨੇ। ਕਿਉਂ ਇਹਨਾਂ ਨੂੰ ਜੋ ਛੱਡ ਗਏ ਲੋਕਾਰੀਤ ਤੋਂ ਵਿਰੋਧੀ ਜਿਹੜਾ ਬੋਲਦਾ ਉਹਨੂੰ ਕਰਾਈਆ ਕਹਿੰਦੇ ਨੇ। ਫਿਰ ਇਹ ਉਹ ਤਾਂ ਉਸ ਨੂੰ ਧਰਮ ਮੰਨਦੇ ਨੇ, ਜਿਹਨੂੰ ਸਾਰੇ ਮੰਨਦੇ ਨੇ। ਕਹਿੰਦਾ ਇੰਨੇ ਲੋਕ ਇਹ ਗੱਲ ਮੰਨਦੇ ਨੇ, ਇਹ ਇਕੱਲਾ ਕਿਵੇਂ? ਅਗਲ ਵੋਟਾਂ ਦਾ ਕੰਮ ਨਹੀਂ ਹੈ। ਕਿਸੇ ਨੂੰ ਵੋਟਾਂ ਪਾ ਕੇ ਤੁਸੀਂ ਗਿਆਨਵਾਨ ਨਹੀਂ ਬਣਾ ਸਕਦੇ, ਕਿਸੇ ਨੂੰ ਵੋਟਾਂ ਪਾ ਕੇ ਤੁਸੀਂ ਤਗੜਾ ਨਹੀਂ ਬਣਾ ਸਕਦੇ। ਮੈਨੂੰ ਵੀ ਤੈਨੂੰ ਮਗਰ ਵੋਟਾਂ ਜ਼ਿਆਦਾ ਨੇ, ਹੁਣ ਤੂੰ ਵਰਲਡ ਚੈਂਪੀਅਨ ਹੋ ਗਿਆ, ਸਭ ਨੂੰ ਢਾਲੇਗਾ, ਕਿਵੇਂ ਢਾਲੂਗਾ? ਸਰੀਰਕ ਬਲ ਚਾਹੀਦਾ। ਇਹ ਸ਼ਕਤੀਆਂ ਨੇ ਜਿਹੜੀਆਂ ਅੱਜ ਵੋਟਾਂ ਦਾ ਕੰਮ ਨਹੀਂ ਹੈ। ਆ ਬੋਲ ਦੀ ਸ਼ਕਤੀ ਹੋਰ ਹੈ, ਇਹਨਾਂ ਨੇ ਨਵੀਂ ਬਣਾਈ ਹੋਈ ਹੈ ਗੱਲ। ਇਹ ਵਿਦਵਾਨਾਂ ਦੀ ਕਾਢ ਹੈ ਦਿਮਾਗ ਦੀ, ਇਹ ਵੀ ਸ਼ੈਤਾਨ ਦੀ ਕਾਢ ਹੈ, ਵੋਟਾਂ ਦੀ ਕਾਢ ਹੈ, ਸ਼ੈਤਾਨ ਦਿਮਾਗ ਦੀ ਕਾਢ ਹੈ। ਤਾਂ ਹੀ ਦੁਨੀਆ ਦੇ ਸ਼ੈਤਾਨ ਦਾ ਹੀ ਰਾਜ ਹੈ। ਸ਼ੈਤਾਨ ਦੇ ਖਿਲਾਫ ਧਰਮ ਲੜ ਰਹੇ ਹਨ, ਇੱਕ ਪਾਸੇ ਸ਼ੈਤਾਨ ਹੈ, ਇੱਕ ਪਾਸੇ ਧਰਮ। ਧਰਮ ਦਾ ਲੜਾਈ ਸ਼ੈਤਾਨ ਨਾਲੇ ਹੁੰਦੀ ਹੈ, ਚਾਹੇ ਉਹ ਧਰਮ ਮੂਰਖੰਦ ਘੋਰਾਂ ਦਾ ਹੀ ਹੈ, ਪਰ ਸ਼ੈਤਾਨ ਦੇ ਨਾਲ ਲੜਦਾ ਹੀ ਰਹਿੰਦਾ ਹੈ ਮੂਰਖੰਦ। ਸ਼ੈਤਾਨ ਕਮ ਤੋਂ ਕਮ ਧਰਮ 'ਚ ਨਹੀਂ ਹੁੰਦਾ। ਮੂਰਖੰਦ ਘੋਰੇ ਹੁਣ ਸ਼ੈਤਾਨ ਘੱਟ ਹੁੰਦੇ ਨੇ, ਅਗਿਆਨੀ ਤਾਂ ਚਾਹੇ ਹੁਣ, ਪਰ ਸ਼ੈਤਾਨ ਵਾਲੀ ਪੜ੍ਹਾਈ ਨਹੀਂ ਪੜ੍ਹਦੇ। ਤਾਂ ਹੀ ਮੁਰਕੇ ਦੇ ਹੱਕ 'ਚ ਨੇ ਉਹ। ਖੁੱਲੀ ਜਿਹੜੀ ਛੂਟ ਹੈ, ਆਹ ਉਹ ਜਿਵੇਂ ਉਹ ਇਹਨਾਂ ਨੇ ਉਹ ਸਮਲਿੰਗੀ ਹੋਰ ਬਹੁਤ ਕੁਛ ਹੈ ਜੋ ਬੇਪਰਦਗੀ ਜਿਹਨੂੰ ਕਹਿੰਦੇ ਨੇ, ਬੇਹਯਾਈ ਹੈ ਜਿਹੜੀ, ਉਹਦੇ ਖਿਲਾਫ ਨੇ ਸਾਰੇ ਧਰਮ। ਬੇਹਯਾਈ ਤੋਂ ਖਿਲਾਫ, ਜ਼ਬਤ ਵਿੱਚ ਰਹਿਣ ਦੇ ਵਿੱਚ ਜ਼ਬਤ ਹੈ ਜਿਹੜੀ, ਇਹਦੇ ਬਿਨਾਂ ਤਾਂ ਸਾਰਾ ਤਾਰ ਹੋ ਜੂਗਾ ਸਮਾਜ। ਸਮਾਜਿਕ ਬੰਧਨ ਵੀ ਕੋਈ ਚੀਜ਼ ਹੈ। ਇਹ ਗੱਲ ਦੀ ਕਈ ਜਿਹੜੇ ਕੋਰਟਾਂ ਨੇ ਨਾ ਜੱਜ, ਉਹ ਵੀ ਬਦ ਦਿਮਾਗ ਨੇ, ਉਹ ਪੜ੍ਹੇ ਲਿਖੇ ਨੇ ਆਦਮੀ ਹੁੰਦਾ। ਆਖਰ ਜੱਜ ਵੀ ਆਦਮੀ ਉਹਨਾਂ ਦੇ, ਤਾਂ ਹੀ ਉਹਨਾਂ ਦੇ ਆਪਣੇ ਆਪਣੀ ਰਾਏ ਡਿਫਰੈਂਟ ਹੈ ਜੱਜਾਂ ਦੀ। ਉਹ ਕਿਹੜਾ ਇੱਕੋ ਹੀ ਰਾਏ ਉਹਨਾਂ ਦੀ? ਇੱਕ ਰਾਏ ਤਾਂ ਸਿਰਫ ਭਗਤਾਂ ਦੀ ਹੁੰਦੀ ਹੈ।
ਧਾਰਮਿਕ ਆਦਮੀ ਦਾ ਜੱਟ ਯਾਰ ਕਿਰਾਏ ਤੇ ਇਕੱਠੇ ਹੋ ਜਾਂਦੇ ਨੇ, ਦੂਏ ਨਹੀਂ ਕਿਰਾਏ ਤੇ ਇਕੱਠੇ ਹੁੰਦੇ। ਦੂਏ ਦਾ ਸਿਆਸਤ ਦੇ ਵਿੱਚ ਕਈ ਧੜੇ ਫਿਰ ਬਣ ਜਾਂਦੇ ਨੇ ਝਟਾਪਟ। ਹਾਂਜੀ, ਅਲੇਖੰ ਅਪੇਖੰ ਅਲੇਖਮ ਅਪੇਖਮ, ਲੇਖੇ ਤੋਂ ਪਰੇ, ਲੇਖੇ ਤੋਂ ਪਰੇ ਹੈ। ਲਿਖੀ ਹੋਈ ਜੋ ਚੀਜ਼ ਹੈ ਪ੍ਰਭਾਵਿਤ ਹੋ ਜਾਂਦੇ ਨੇ ਉੱਤੇ, ਜਿਵੇਂ ਅਸੀਂ ਹੋਏ ਹੋਏ ਅਸਲ 'ਚ ਲਿਖਤ ਤੋਂ ਅਸੀਂ ਪ੍ਰਭਾਵਿਤ ਨਹੀਂ ਹੋਏ। ਇਹ ਵੀ ਗੱਲ ਗਲਤ ਹੈ ਵੀ ਅਸੀਂ ਲਿਖਤ ਤੋਂ ਪ੍ਰਭਾਵਿਤ ਹੋ। ਜੇ ਅਸੀਂ ਗੁਰਬਾਣੀ ਦੀ ਲਿਖਤ ਤੋਂ ਪ੍ਰਭਾਵਿਤ ਹੋਈਏ ਤਾਂ ਜਿਹੜੇ ਜੱਗ ਆਏ ਨੇ, ਗੁਰੂ ਕੇ ਚੋਲੇ ਨੇ, ਖੜਾ ਪਊਏ ਨੇ, ਜੁੱਤੀਆਂ ਨੇ, ਇਹਨਾਂ ਨੂੰ ਨਾ ਬੁੱਝੀਏ। ਫਿਰ ਅਸੀਂ ਫਿਰ ਇਹਨਾਂ ਮਗਰ ਆ ਜਾਈਏ। ਉਹ ਹੀਰੇ ਜਵਾਹਰਾਤ ਤਾਂ ਛੱਡੀ ਫਿਰਦੇ ਮੱਤ ਵਿੱਚ ਗੁਰਮਤ ਬੰਦੇ ਨਹੀਂ ਹੈਗੇ। ਅਸੀਂ ਲਿਖਤ ਨੂੰ ਐਵੇਂ ਪਖੰਡ ਹੈ। ਜਿੱਦਣ ਗੁਰੂ ਕੀ ਮੱਤ ਨੂੰ ਮੰਨਣ ਲੱਗੇ ਨਾ, ਇਹਨਾਂ ਅੱਖਰਾਂ ਦੀ ਕੀਮਤ ਪਾ ਲਈ ਅਸੀਂ ਸਭ ਕੁਝ ਛੱਡ ਦਾਂਗੇ। ਅੱਖਰ ਤਾਂ ਛਡਾਉਂਦੇ ਨੇ, ਅਸੀਂ ਛੱਡਦੇ ਨਹੀਂ। ਮੰਨਦੇ ਅੱਖਰਾਂ ਨੂੰ ਵੀ ਨਹੀਂ ਹੈ, ਮੰਨਦੇ ਗੁਰਬਾਣੀ ਨੂੰ ਵੀ ਨਹੀਂ ਹਨ। ਤਾਂ ਹੀ ਤਾਂ ਮੂਰਖਤ ਕੋਲ ਨੇ। ਉਹ 300 ਸਾਲ ਗੁਰੂ ਦੇ ਨਾਲ ਰੌਲਾ ਪਾਈ ਜਾਂਦੇ ਨਾਲ। ਤਾਂ ਤੁਸੀਂ ਤਾਂ ਆਓ ਜੇ ਮੰਨ ਕੇ ਚੱਲੋ, ਨਾਲ ਕਿੱਥੇ ਹੋ? ਨਾਲ ਕਿੱਥੇ ਹੋ? ਨਾਲ ਤਾਂ ਉਹ ਜਿਹੜਾ ਮੰਨਦਾ ਬਾਣੀ ਨੂੰ, ਜਿਹੜਾ ਨਹੀਂ ਮੰਨਦਾ ਨਾ ਗੁਰੂ ਉਹਦੇ ਨਾਲ ਹੈ ਨਾ ਗੁਰੂ ਦੇ ਨਾਲ ਹੈ। ਬਾਣੀ ਦੇ ਨਾਲ ਚੱਲਣਾ, ਬਾਣੀ ਨੂੰ ਮੰਨਣਾ। ਨਾ ਉਹਨਾਂ ਨੂੰ ਪਤਾ ਹੀ ਹੈ ਕੀ ਲਿਖਿਆ ਹੈ, ਨਾ ਕਦੇ ਖੋਜਿਆ ਹੀ ਉਹਨਾਂ ਨੇ। ਆਏ ਫਿਰ ਜਿਹੜੇ ਦਿਨ ਬਣਾਉਂਦੇ ਨੇ ਨਾ, ਜੇ ਗੁਰੂ ਦੇ ਨਾਲ ਹੋਵੋ ਤਾਂ ਗੁਰੂ ਤਾਂ ਮਰਦਾ ਹੀ ਨਹੀਂ। ਆ ਬਰਸੀਆਂ ਕਾਹਦੀਆਂ ਬਣਾਉਂਦੇ? ਗੁਰੂ ਨੂੰ ਮਰਦਾ ਨਾ ਜਪਦਾ। ਉਹਦਾ ਜਨਮ ਸਰੀਰ ਕਾ, ਉਹਨੂੰ ਨਹੀਂ ਬਾਣੀ ਮਿਲਦੀ ਹੈ। ਉਹਦਾ ਸਰੀਰ ਨਾਲ ਜੁੜਿਆ ਸੀ। ਉਹ ਤਾਂ ਸਰੀਰ ਨਾਲ ਜੁੜਨਾ ਤਾਂ ਸਜ਼ਾ ਸੀਗੀ। ਉਹ ਸਜ਼ਾ ਹੀ ਤਾਂ ਮੁਕਤੀ ਹੋਈ ਹੈ। ਹਰ ਵਾਰ ਸਰੀਰ ਮਿਲਦਾ ਸੀ, ਸਜ਼ਾ ਮਿਲਦੀ ਸੀ। ਹਰ ਵਾਰ ਸਰੀਰ ਮਿਲਣਾ ਤਾਂ ਸਜ਼ਾ ਕਹਿੰਦੀ ਹੈ ਬਾਣੀ। ਵੀ ਜਪਦਾ ਮਰਦਾ ਰਹੇਗਾ, ਇਹ ਤਾਂ ਸਜ਼ਾ, ਹੀ ਤਾਂ ਡਰਾਬਾ ਸਜ਼ਾ ਦਾ। ਹੋਰ ਸਜ਼ਾ ਹੈ ਕੀ? ਉਹਨਾਂ ਨੂੰ ਛੁਟਕਾਰਾ ਮਿਲਿਆ ਜਨਮ ਤੋਂ। ਤੁਸੀਂ ਜਨਮ ਬਣਾਉਂਦੇ ਹੋ ਵੀ ਸ਼ੁਕਰ ਹੋਇਆ ਤੇ ਉਹਨਾਂ ਦਾ ਜਨਮ ਹੋਇਆ ਸੀ। ਉਹ ਜਨਮ ਪਦਾਰਥ ਕਦ ਮਿਲਿਆ ਸੀ? ਜਿੱਦਣ ਜਨਮ ਮਨ ਕੱਟਿਆ ਗਿਆ, ਉਹਦਾ ਕਿਸੇ ਨੂੰ ਪਤਾ ਹੀ ਨਹੀਂ। ਇਸ ਕਰਕੇ ਵਰਸੀਆਂ ਨਹੀਂ ਹੁੰਦੀਆਂ, ਭਗਤਾਂ ਦੀਆਂ ਵਰਸੀਆਂ ਨਹੀਂ ਹੁੰਦੀਆਂ। ਜਿਹੜੇ ਬਣਾਉਂਦੇ ਨੇ ਮੂਰਖੰਦ ਕੋਲ ਨੇ, ਉਹਨਾਂ ਨੂੰ ਸਮਝ ਨਹੀਂ ਆਈ ਗੁਰਬਾਣੀ ਕੀ ਕਹਿੰਦੀ ਹੈ। ਇਸ ਕਰਕੇ ਕੋਈ ਗੁਰਮਤਿ ਬਾਰੇ ਡਿਵੈਲਪਮੈਂਟ ਹੈ ਨਹੀਂ। ਉਹ ਕਿਸੇ ਹੋਰ ਤਰੀਕੇ ਨਾਲ ਜੁੜੇ ਹੋਏ ਹਿੰਦੂ, ਅਸੀਂ ਕਿਸੇ ਹੋਰ ਤਰੀਕੇ ਨਾਲ ਜੁੜੇ ਹੋਏ। ਉਹ ਵੀ ਕੋਈ ਦਿਨ ਮਨਾਉਂਦੇ ਤੇ, ਦੀਵਾਲੀਆਂ ਦੂਲੀ ਬਣਾਉਂਦੇ ਤੇ, ਇਹ ਬਣਾਉਂਦੇ ਤੇ, ਅਸੀਂ ਕਿਸੇ ਹੋਰ ਤਰੀਕੇ। ਗੱਲ ਉਹੀ ਹੈ, ਗੱਲ ਦਾ ਨਹੀਂ ਕੋਈ ਫਰਕ ਪਿਆ। ਉਹ ਮੁਸਲਮਾਨ ਈਦ ਮਨਾਉਂਦੇ ਨੇ, ਰੋਜ਼ੇ ਰੱਖਦੇ ਨੇ, ਹਿੰਦੂ ਵਰਤ ਰੱਖਦੇ ਨੇ। ਸਿੱਖਾਂ ਨੇ ਆਪਣਾ ਲੰਗਰ ਲਾਉਣੇ ਸ਼ੁਰੂ ਕਰਤੇ, ਪਰ ਰੋਜ਼ੇ ਤੇ ਉਲਟ ਕਰ ਲਿਆ ਵੀ ਸਾਰਾ ਹੀ ਸਾਲ ਲੰਗਰ ਲਾਓ। ਇਹ ਤਾਂ ਆਪਣੇ ਆਪਣੇ ਜਿਹੋ ਜਿਹਾ ਕਿਸੇ ਨੂੰ ਚੰਗਾ ਲੱਗਿਆ ਨਾ, ਦੂਏ ਨੂੰ ਥੋੜ੍ਹਾ ਜਿਹਾ ਅਲੱਗ ਕਰਨਾ। ਮਨੌਤਾਂ ਨੇ, ਮਨਮੱਤਾਂ ਨੇ ਸਾਰੀਆਂ ਹੀ। ਇਹ ਮਨਮੱਤਾਂ ਦੇ ਵਿੱਚੋਂ ਪੈਦਾ ਹੋਈਆਂ ਚੀਜ਼ਾਂ ਨੇ। ਗੁਰਮਤਿ ਜੋ ਲਿਖਿਆ ਹੈ, ਲਿਖਤ ਗੁਰਮਤਿ। ਲਿਖਤ ਨੂੰ ਸਿੱਖ ਨਹੀਂ ਮੰਨਦੇ, ਨਹੀਂ ਮੰਨਦੇ। ਜਿੱਦਣ ਲਿਖਤ ਇਹਨਾਂ ਨੇ ਅੱਖਾਂ ਖੋਲ ਕੇ ਪੜ੍ਹ ਲਈ ਔਰ ਮੰਨ ਲਈ, ਉਦੋਂ ਤਾਂ ਬਦਲ ਜਾਊਗਾ ਜੀਵਨ। ਦੁਨੀਆ ਬਦਲ ਦੇਣਗੇ ਇਹ। ਉਦੋਂ ਦੁਨੀਆ ਇਹਨਾਂ ਦੀ ਮਗਰ, ਮਾਇਆ ਇਹਨਾਂ ਦੀ ਮਗਰ ਬਣ। ਹੁਣ ਇਹ ਮਾਇਆ ਦੇ ਪਿੱਛੇ ਰਾਜ ਦੇ, ਉਦੋਂ ਤਾਂ ਰਾਜ ਇਹਨਾਂ ਦੇ ਪਿੱਛੇ ਫਿਰੂ ਤੁਰਿਆ। ਜਦੋਂ ਇਹਨਾਂ ਨੇ ਮੰਨ ਲਿਆ ਨਾ, ਰਾਜ ਇਹਨਾਂ ਦੇ ਪਿੱਛੇ ਫਿਰੂ। ਨਾ ਇਹ ਮੰਨਣ, ਨਾ ਰਾਜ ਇਹਨਾਂ ਨੂੰ ਮਿਲੇ। ਇਹਨਾਂ ਦਾ ਐਤਬਾਰ ਕੌਣ ਕਰੂਗਾ? ਜਿਹੜਾ ਗੁਰਬਾਣੀ ਨੂੰ ਮੰਨਦਾ ਉਹ ਤਾਂ ਨਹੀਂ ਕਿਸੇ ਨੇ ਐਤਬਾਰ ਕਰਨਾ। ਆਪਸ ਵਿੱਚ ਨਹੀਂ ਤੁਸੀਂ ਕਰੂਗੇ ਤਾਂ ਕਰਦੇ ਐਤਬਾਰ? ਕਿਉਂ ਨਹੀਂ ਕਰਦੇ? ਜਿਹੜਾ ਆਦਮੀ ਆਪਣਾ ਗੁਰੂ ਦਾ ਐਤਬਾਰ ਨਹੀਂ ਕਰਦਾ, ਉਹ ਤੇ ਦੂਆ ਕਿਵੇਂ ਕਰ ਲਵੇ ਐਤਬਾਰ? ਇਹ ਲੀਡਰ ਆਪਸ ਵਿੱਚ ਕਿਉਂ ਨਹੀਂ ਐਤਬਾਰ ਕਰਦੇ? ਐਤਬਾਰ ਕਰਦੇ ਯੋਗ ਹੀ ਨਹੀਂ ਹਨ ਆਪਸ ਵਿੱਚ ਕੋਈ ਵੀ। ਸਾਰੇ ਸਮਝਦੇ ਨੇ ਇੱਕ ਦੂਜੇ ਨੂੰ ਐਤਬਾਰ ਕਰਨ ਦੇ ਯੋਗ ਨਹੀਂ।
ਕਿ ਗੁਰੂ ਦੀ ਗੱਲ ਨਹੀਂ ਨਾ ਮੰਨਦੇ। ਜਿਹੜਾ ਮੰਨੂਗਾ ਬਾਣੀ ਨੂੰ ਉਹਦੇ ਤੇ ਇਤਬਾਰ ਸਾਰੇ ਹੀ ਕਰ ਲੈਣਗੇ। ਹੁਣ ਤਾਂ ਕਹਿੰਦੇ ਮੇਰੀ ਮਗਰ ਲੱਗੋ ਹਰੇਕ, ਆਪਣੀ ਆਪਣੀ ਮਗਰ ਲਾਉਂਦੇ ਨੇ। ਗੁਰੂ ਦੀ ਗੱਲ ਛੱਡੀ ਹੋਈ ਆ ਸਭ ਨੇ, ਆਪਣੀ ਆਪਣੀ ਮਰਜ਼ੀ ਦੀ ਮਗਰ ਲਾਉਂਦੇ ਨੇ, ਮੇਰੇ ਮਗਰ ਚੱਲੋ। ਇਹੀ ਤਾਂ ਛਡਾਈ ਸੀ ਗੁਰਬਾਣੀ, ਇਹੀ ਗੱਲ ਛਡਾਉਂਦੀ ਹੈ। ਇਹ ਤਾਂ ਹੀ ਖਿਲਾਫ ਹੈ ਬਾਣੀ, ਇਹੀ ਅਸੀਂ ਛੱਡਦੇ ਨਹੀਂ। ਜਿੱਦਾਂ ਬਾਣੀ ਪੜ੍ਹ ਲਈ, ਸੁਣ ਲਈ, ਮੰਨ ਲਈ, ਸਮਝ ਲਈ ਜਦੋਂ ਮੰਨਣ ਵੀ ਉਦੋਂ ਲੱਗਦਾ, ਮੰਨਣ ਵੀ ਉਦੋਂ ਲੱਗਾਂਗੇ ਇੱਧਰ ਨੂੰ ਸਮਝ ਆ ਗਿਆ। ਹਾਲ ਤਾਂ ਸਮਝਣ ਵਾਲੇ ਪਾਸੇ ਹੀ ਨਹੀਂ ਗਏ ਹੋਏ, ਹਾਲ ਤਾਂ ਲੋਕਾਂ ਰੀਤ ਇਹ ਹੋ ਰਹੇ। ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਕੋਈ ਮਾਲਾ ਫੇਰੀ ਜਾਂਦਾ ਦਿਖਾਵੇ ਖਾਤਰ। ਕਾਰ 'ਚ ਵੀ ਪੂਰੇ ਟੰਗ ਕੇ ਰੱਖਦਾ ਵੀ ਲੋਕਾਂ ਨੂੰ ਦਿਖੇ, ਸ਼ੀਸ਼ੇ 'ਚ ਪਹਿਲਾਂ ਮਾਲਾ ਦਿਖੇ ਨਾਲ ਜਾਂ ਮੈਂ ਦੇਖੋ। ਇਹ ਸਭ ਦਿਖਾਵੇ ਨੇ, ਲੋਕਾਂ ਨੂੰ ਦਿਖਾਉਣ ਖਾਤਰ ਹੁੰਦੀ ਹੈ ਮਾਲਾ। ਗੁਰਬਾਣੀ 'ਚ ਵੀ ਲਿਖਿਆ ਕਿਆ ਦਿਖਾਵਾ ਇਹਨੂੰ, ਇਹ ਦਿਖਾਵਾ ਹੈ ਸਿਰਫ ਮਾਲਾ। ਇਹ ਸਾਰਾ ਧਰਮ ਵੀ ਸਾਰਾ ਦਿਖਾਵੇ ਦਾ ਹੀ ਹੈ। ਜੋ ਕੀਰਤਨ ਦਰਬਾਰ ਹੈ ਉਹ ਸਭ ਦਿਖਾਵਾ। ਲੀਡਰੀ ਚਮਕਾਉਣੀ, ਸਟੇਜ ਤੇ ਆਪ ਜਾਣਾ, ਇਹ ਕੀ ਹੈ? ਸਭ ਦਿਖਾਵਾ, ਕੁਛ ਨਹੀਂ ਇਹਦੇ ਪਿੱਛੇ। ਜਦ ਗੁਰਬਾਣੀ ਨਹੀਂ ਮੰਨਣੀ, ਸਗੋਂ ਉਲਟ ਮੈਸੇਜ ਹੈ ਔਲਾਦ ਵਾਸਤੇ। ਸਾਡੇ ਗਾਹਾਂ ਦੀ ਜਿਹੜੀ ਪਨੀਰੀ ਹੈ ਨਾ, ਉਹਦੇ ਵਾਸਤੇ ਉਲਟ ਮੈਸੇਜ ਹੈ। ਗੁਰੂ ਦੇ ਆਲੇ ਦੁਆਲੇ ਰਹਿਣਾ, ਲੀਡਰ ਬਣ ਕੇ ਰਹਿਣਾ, ਕੰਮ ਪੁੱਠੇ ਕਰਨੇ, ਉਹੀ ਕੰਮ ਸਾਡੇ ਗਾਹਾਂ ਵਾਲੇ ਜਵਾਕ ਕਰਨਗੇ। ਇਹ ਤਾਂ ਉਲਟ, ਅਸੀਂ ਰਾਹ ਉਲਟ ਬਣ ਕੇ ਦੇਤਾ ਉਹਨਾਂ ਨੂੰ। ਜਿੰਨਾ ਨੌਜਵਾਨ ਇਹਨਾਂ ਦੇ ਨਾਲ ਜਵਾਨ ਮੁੰਡੇ ਨੇ, ਕਿਸੇ ਨੂੰ ਗੁਰਮਤਿ ਨਾਲ ਕੋਈ ਲੇਸ ਨਹੀਂ। ਜਿਹੜੇ ਅਕਾਲੀਆਂ ਨਾਲ ਤੁਰੇ ਫਿਰਦੇ, ਕੋਈ ਗੁਰਮਤਿ ਦਾ ਇੱਕ ਅੱਖਰ ਨਹੀਂ ਜਾਣਦਾ। ਜਿਹੜਾ ਕੋਈ ਜਾਣਦੇ ਨੇ ਉਹ ਗੁਰਮਤਿ ਦੇ ਖਿਲਾਫ ਹੈ। ਜਿਹੜਾ ਇਹ ਬੋਲਦੇ ਨੇ, ਇਹ ਇਤਿਹਾਸ ਨਾਲ ਜੁੜੇ ਹੋਏ ਨੇ। ਇਤਿਹਾਸ ਵੈਰ ਵਿਰੋਧ ਪੈਦਾ ਕਰਦਾ ਹੈ। ਸਿੱਖ ਦਾ ਕੰਮ ਕੀ ਹੈ? ਸੰਸਾਰ 'ਚੋਂ ਵੈਰ ਵਿਰੋਧ ਖਤਮ ਕਰਨਾ। ਗੁਰਮੁਖ ਵੈਰ ਵਿਰੋਧ ਗਵਾਵਾ। ਜਿਹੜਾ ਕੰਮ ਸੀ ਨਾ ਸਿੱਖ ਦਾ, ਵੈਰ ਵਿਰੋਧ ਖਤਮ ਕਰਨਾ ਸੰਸਾਰ 'ਚੋਂ, ਉਹਦੇ ਖਿਲਾਫ ਨੇ ਸਾਰੇ। ਇਤਿਹਾਸ ਵੈਰ ਵਿਰੋਧ ਪੈਦਾ ਕਰਦਾ, ਗੁਰਮਤਿ ਵੈਰ ਵਿਰੋਧ ਮਿਟਾਉਂਦੀ ਹੈ। ਇਤਿਹਾਸ ਗੁਰਮਤਿ ਦੇ ਖਿਲਾਫ ਹੈ। ਗੁਰਮਤਿ ਦੇ ਜੜਾਂ ਨੂੰ ਕੁਹਾੜਾ ਲੈ ਕੇ ਪਏ ਹੋਏ ਨੇ ਸਾਰੇ। ਗੁਰਮਤਿ ਦੀਆਂ ਜੜਾਂ ਨੂੰ ਕਈ ਵਾਰ ਕੁਹਾੜਾ ਲੈ ਕੇ ਪਏ ਹੋਏ ਨੇ ਸਾਰੇ ਇਹ ਜਿਹਨੇ ਸਿਆਸਤਦਾਨ ਨੇ। ਇਸ ਕਰਕੇ ਦੁਨੀਆ ਇਹਨਾਂ ਨੂੰ ਨਫ਼ਰਤ ਕਰਦੀ ਹੈ। ਇਹ ਕਾਬਲੇ ਨਫ਼ਰਤ ਦੇ ਨੇ। ਸਿੱਖਾਂ ਨੂੰ ਸਮਝ ਨਹੀਂ ਤੇ ਸਿੱਖਾਂ ਨੂੰ ਵੀ ਸਮਝ ਆਉਣ ਲੱਗੀ। ਹੁਣ ਇਹ ਅੰਦਰੋਂ ਕੀ ਨੇ, ਗੱਲਾਂ ਕੀ ਕਰਦੇ। 300 ਸਾਲ ਹੋ ਗਏ, ਮਿਸਲਾਂ ਵੀ ਦੇਖ ਲਈਆਂ ਇਹਨਾਂ ਦੀਆਂ। ਮਿਸਲਾਂ ਜਿਹੇ ਮਿਸਲਾਂ ਵਾਲੇ ਤਾਂ ਹੋਈ ਜਾਈਏ ਨੇ, ਫਰਕ ਕੋਈ ਨਹੀਂ। ਅੱਗੇ ਰਾਜ ਦੇਖਿਆ ਇਹਨਾਂ ਨੂੰ, ਉਹ ਜੇ ਮਿਸਲਾਂ ਵਾਲੇ ਤੇ ਹੋ ਜਾਈਏ ਨੇ, ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਜਿਹੀ ਹੋ ਜਾਂਦਾ। ਸਭ ਇੱਕੋ ਹੀ ਨੇ। ਜਿਹੜੀ ਗੱਲ ਤੇ ਗੁਰਬਾਣੀ ਹਟਾਉਂਦੀ ਹੈ, ਜਿਹੜਾ ਉਧਰ ਵੀ ਆਊਗਾ ਕਿਹਾ ਜਾਊਗਾ। ਜਾਂ ਗੁਰੂ ਕਹਿੰਦੇ ਤਪੋ ਰਾਜ ਰਾਜੋ ਨਰਕ, ਇਹ ਨਰਕ ਵੱਲ ਨੂੰ ਜਿਹੜਾ ਜਾਂਦਾ ਹੈ ਉਹ ਤਾਂ ਫਿਰ ਨਰਕੀ ਜੀ ਵਾਲਾ ਸੁਭਾਅ ਹੋਊਗਾ ਗਾਹਾਂ ਜਾ ਕੇ। ਜਿਉਂ ਜਿਉਂ ਨਰਕ ਨੂੰ ਜਾਊਗਾ ਤੇ ਉਦੋਂ ਕਰੂਰ ਹੁੰਦਾ ਚਲਾ ਜਾਊਗਾ, ਗੁਰੂ ਤੋਂ ਦੂਰ ਹੁੰਦਾ ਚਲਾ ਜਾਊਗਾ। ਇਹ ਰਾਹ ਨਰਕ ਦਾ ਹੈ। ਉਹਨਾਂ ਨੂੰ ਕੀ ਲੱਗੇ ਨਰਕ ਤੇ? ਉਹਨਾਂ ਦਾ ਗੁਰਬਾਣੀ ਬਦਲਤੀ, ਰਾਜ ਬਨਾਨੀ ਧਰਮ ਚਲਾ ਹੈ। ਇਹ ਤਾਂ ਗੁਰਬਾਣੀ ਬਦਲਤੀ, ਗੁਰਬਾਣੀ ਬਦਲ ਲਈ ਆਪਣੇ ਮਤਲਬ ਨੂੰ। ਧਰਮ ਬਨਾਨੀ ਰਾਜ ਚਲਾ ਹੈ, ਰਾਜ ਬਨਾਨੀ ਧਰਮ ਚਲਾ ਹੈ, ਬਦਲ ਲਿਆ। ਲੋਕਾਂ ਨੂੰ ਪਤਾ ਨਾ ਲੱਗ ਜਵੇ। ਤੁਸੀਂ ਤਾਂ ਗੁਰੂ ਨਾਲੇ ਧਰੋਹ ਕਰਦੇ ਹੋ। ਜਿਹੜਾ ਗੁਰੂ ਨਾਲੇ ਧਰੋਹ ਕਰੇ ਉਹ ਸੰਗਤ ਨਾਲ ਭਲਾ ਕਿੱਥੇ ਸੋਚ ਲੂ। ਇਹਦਾ ਧਰੋਹ ਕਰਨ ਵਾਲੇ ਨੇ ਗੁਰੂ। ਅਪੇਖੰ ਅਭੂਤੰ ਅਦਵੈਖੰ। ਅਪੇਖੰ ਭੇਖ ਤੋਂ ਰਹਿਤ। ਅਪੇਖੰ ਭੇਖ ਤੋਂ ਰਹਿਤ। ਸਿੱਖ ਨੇ ਭੇਖ ਤੋਂ ਰਹਿਤ ਹੁਣ ਇਹ ਭੇਖ ਦਾ ਪ੍ਰਚਾਰ ਕਰਦੇ ਨੇ। ਜੇ ਪਰਮੇਸ਼ਰ ਨਾਮ ਇੱਕ ਮੈਂ ਕਹਣਾ ਤਾਂ ਭੇਖ ਛੱਡਣਾ ਪੈਣਾ, ਭੇਖ ਤੋਂ ਉੱਪਰ ਉੱਠਣਾ ਪੈਣਾ।
ਜਿੰਨਾ ਚਿਰ ਭੇਖੀ ਹੈ, ਭੇਖ ਨਾਲ ਜੁੜਿਆ ਹੋਇਆ, ਉਹਨਾਂ ਚਿਰ ਤਾਂ ਲੋਗਾ ਰੀਤ ਹੈ। ਇਹ ਤਾਂ ਸਾਰੇ ਹੀ ਕਰਦੇ ਨੇ ਧਰਮ, ਇਹ ਤਾਂ ਲੋਗਾ ਰੀਤ ਹੈ। ਭੇਖ ਦਾ ਪ੍ਰਚਾਰ ਕਰਨਾ, ਭੇਖ ਨਾਲ ਜੁੜਨਾ, ਭੇਖ ਨਾਲ ਜੋੜਨਾ, ਇਹ ਲੋਗਾ ਰੀਤ ਹੈ। ਇਹ ਤਾਂ ਉੱਪਰ ਜਦ ਉੱਠੂ ਉਹ ਧਾਰਮਿਕ ਹੈ ਬੰਦਾ, ਥੱਲੇ ਵਾਲਾ ਧਾਰਮਿਕ ਨਹੀਂ ਹੈ। ਉਦੋਂ ਥੱਲੇ ਵਾਲਾ ਧਾਰਮਿਕ ਨਹੀਂ ਹੈ। ਜਦ ਉੱਤੋਂ ਉੱਠ ਗਿਆ ਫਿਰ ਸਭ ਦਾ ਸੱਚ ਹੈ। ਜਦ ਭੇਖ ਤੋਂ ਉੱਪਰ ਉੱਠ ਗਿਆ ਨਾ, ਫਿਰ ਉਪਦੇਸ਼ ਚੋਂ ਬਣਨਾ ਕੋ ਸਾਂਝਾ ਦਊਗਾ ਉਹ। ਨਹੀਂ ਤਾਂ ਸਿੱਖਾਂ ਨੂੰ ਦਿੰਦੇ ਨੇ ਉਪਦੇਸ਼, ਤੁਸੀਂ ਐ ਕਰੋ, ਉਹਨਾਂ ਜਦ ਸਿੱਖਾਂ ਨੂੰ ਦੇਣਗੇ ਉਪਦੇਸ਼, ਫਿਰ ਚੋਂ ਬਣਨਾ ਕੋ ਸਾਂਝਾ ਹੋ। ਸਰਬ ਸਾਂਝੀ ਫਿਰ ਬਾਣੀ ਆਉਂਦੀ ਹੈ, ਸਰਬ ਸਾਂਝੀ ਬਾਣੀ ਅੰਦਰੋਂ ਫਿਰ ਫੁੱਟੂਗੀ, ਉਹ ਤਾਂ ਨਹੀਂ ਫੁੱਟਦੀ। ਇਹ ਤਾਂ ਬਾਣੀ ਸਰਬ ਸਾਂਝੀ ਨੂੰ ਵੀ ਹੋਰ ਕੋ ਬਣਾਤਾ ਇਹਨਾਂ ਨੇ, ਤਾਂ ਵਿਗਾੜ ਕੇ ਇਹ 'ਚ ਵੀ ਜ਼ਹਿਰ ਘੋਲਤੀ। ਅੰਮ੍ਰਿਤ ਦੇ ਵਿੱਚ ਜ਼ਹਿਰ ਘੋਲਤੀ ਇਹਨਾਂ ਨੇ। ਗੁਰਬਾਣੀ ਅੰਮ੍ਰਿਤ ਹੈ, ਦੁੱਧ ਹੈ। ਦੁੱਧ ਕਿਵੇਂ ਵਿਗੜ ਗਿਆ? ਫਿੱਟੇ ਚਾਟਾ ਦੁੱਧ ਦਾ, ਕਾਜੀ ਦੀ ਚੁੱਕ, ਇਹ ਕਾਹਦੇ ਫਿੱਟ ਗਿਆ? ਮਾਂ ਕੁਚੱਜੀ ਸੀ ਨਾ ਮੱਤ, ਜਿਹੜੀ ਮੱਤ ਲਈ ਹੋਈ ਆ ਕੁਚੱਜੀ ਹੈ। ਉਹ ਰਾਜ ਕਰੇਗਾ, ਖਾਲਸਾ ਕਹਿੰਦੀ ਹੈ। ਸੰਸਾਰੀ ਰਾਜ ਭਾਲਦੀ ਹੈ, ਜਿੱਦੋਂ ਨਰਕ ਮਿਲਦਾ ਗਾਹਾਂ, ਉਹ ਕੁਚੱਜੀ ਹੈ। ਤਾਂ ਫਿੱਟ ਗਿਆ ਦੁੱਧ। ਬਹੁਤ ਕੌੜਾ ਲੱਗੂ ਸੱਚ, ਲੱਗੇ ਕੌੜਾ, ਸਾਨੂੰ ਕੀ ਹੈ? ਕੌੜਾ ਲੱਗੇ ਚਾਹੇ ਮਿੱਠਾ ਲੱਗੇ, ਸੱਚ ਸੱਚ ਹੈ। ਜਿਹਨੂੰ ਕੌੜਾ ਲੱਗੂ ਆਪਣੇ ਅੰਦਰ ਝਾਕ ਕੇ ਦੇਖੇ, ਮੈਨੂੰ ਕੌੜਾ ਕਿਉਂ ਲੱਗਦਾ ਸੱਚ? ਕੀ ਗੁਰਬਾਣੀ 'ਚ ਲਿਖਿਆ? ਨਹੀਂ ਤਾਂ ਬੋ ਰਾਜ ਰਾਜੋ ਨਰਕ ਕਿਉਂ ਲਿਖਿਆ? ਜੇ ਤੁਸੀਂ ਗੁਰੂ ਨੂੰ ਛੱਡਤਾ ਤਾਂ ਕੌੜਾ ਲੱਗਦਾ ਸੱਚ। ਸੱਚ ਜਿਵੇਂ ਕਿ ਹਿੰਦੂਆਂ ਨੂੰ ਕੌੜਾ ਲੱਗਦਾ, ਤਾਂ ਤੁਹਾਨੂੰ ਲੱਗਦਾ। ਜੇ ਹਿੰਦੂਆਂ ਨੂੰ ਕੌੜਾ ਲੱਗਦਾ ਤਾਂ ਸੱਚ, ਜੇ ਤੁਹਾਨੂੰ ਲੱਗਦਾ ਨਾ ਕੌੜਾ ਸੱਚ ਜਿਹਨੂੰ, ਉਹ ਹਿੰਦੂ ਪੱਕਾ ਹੈ, ਇਹ ਮੰਨ ਲਵੇ। ਚਾਹੇ ਉੱਤੋਂ ਨਫ਼ਰਤ ਕਰਦਾ ਹਿੰਦੂਆਂ ਨੂੰ, ਪਰ ਆਪ ਹਿੰਦੂ ਹੈ ਅੰਦਰੋਂ, ਪੱਕਾ ਕੱਟੜ ਹਿੰਦੂ ਹੈ ਉਹ। ਗੁਰਮਤਿ ਦਾ ਵਿਰੋਧੀ ਹਿੰਦੂ ਹੈ ਨਾ, ਜਿਹੜਾ ਗੁਰਮਤਿ ਦਾ ਵਿਰੋਧੀ ਹੈ ਉਹੀ ਤਾਂ ਹਿੰਦੂ ਹੈ। ਜਿਹੜਾ ਹਿੰਦੂ ਹੋ ਕੇ ਗੁਰਮਤਿ ਦਾ ਵਿਰੋਧੀ ਨਹੀਂ, ਉਹ ਹਿੰਦੂ ਨਹੀਂ ਹੈ। ਜਿਹਨੂੰ ਇਹ ਮੰਨਦੇ ਨੇ ਹਿੰਦੂ ਗੁਰਮਤਿ ਦਾ ਵਿਰੋਧੀ ਨੇ, ਉਹ ਹਿੰਦੂ ਨਹੀਂ ਹੈ। ਗੁਰਮਤਿ ਦਾ ਵਿਰੋਧ ਕਰਨ ਵਾਲਾ ਹਿੰਦੂ ਹੈ। ਹਿੰਦੂ ਦੀ ਨਿਸ਼ਾਨੀ ਹੈ ਜਿਹੜਾ ਗੁਰਮਤਿ ਜਿਹਨੂੰ ਮਿੱਠੀ ਨਾ ਲੱਗੇ, ਕੌੜੀ ਲੱਗੇ, ਉਹ ਹਿੰਦੂ ਹੈ, ਉਹ ਸਾਖਤ ਹੈ। ਜਿਹਨੂੰ ਇਹ ਹਿੰਦੂ ਮੰਨਦੇ ਨੇ ਉਹ ਹਿੰਦੂ ਨਹੀਂ, ਜਿਹਨੂੰ ਇਹ ਸਿੱਖ ਮੰਨਦੇ ਨੇ ਉਹ ਸਿੱਖ ਨਹੀਂ। ਜਿਵੇਂ ਮੁਸਲਮਾਨ ਜਿਹਨੂੰ ਮੁਸਲਮਾਨ ਮੰਨਦੇ ਸੀ, ਉਹ ਮੁਸਲਮਾਨ ਨਹੀਂ ਸੀ। ਗੁਰੂ ਸਾਹਿਬ ਨੇ ਚਾਹੇਗਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ। ਇਵੇਂ ਜਿਹਨੂੰ ਅਸੀਂ ਸਿੱਖ ਮੰਨਦੇ ਉਹ ਸਿੱਖ ਨਹੀਂ ਹੈ। ਜਿਵੇਂ ਮੁਸਲਮਾਨ ਜਿਹਨੂੰ ਮੁਸਲਮਾਨ ਮੰਨਦੇ ਸੀ, ਉਹ ਜਿਹਨੂੰ ਅਸੀਂ ਸਿੱਖਾਂ 'ਚ ਮੰਨਦੇ ਉਹ ਸਿੱਖ ਨਹੀਂ ਹੈ। ਜਿਹਨੂੰ ਅੱਜ ਅਸੀਂ ਹਿੰਦੂ ਕਹਿੰਦੇ ਹਿੰਦੂ ਨਹੀਂ ਹੈ। ਹੋ ਸਕਦਾ ਹੋਵੇ, ਹੋ ਸਕਦਾ ਨਾ ਹੋਵੇ, ਕੋਈ ਜ਼ਰੂਰੀ ਨਹੀਂ। ਅਸੀਂ ਕੌਣ ਹੁੰਦੇ ਫੈਸਲਾ ਕਰਨ ਵਾਲੇ? ਕੌਣ ਸਿੱਖ ਹੈ, ਕੌਣ ਮੁਸਲਮਾਨ? ਇਹ ਤਾਂ ਉਹਦੇ ਅੰਦਰ ਦੀ ਅਵਸਥਾ ਨੇ ਫੈਸਲਾ ਕਰਨਾ। ਜਿਹਨੂੰ ਸੱਚ ਮਿੱਠਾ ਲੱਗਦਾ ਉਹ ਸਿੱਖ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਉਹ ਈਸਾਈ ਹੈ, ਚਾਹੇ ਕੁਛ ਵੀ ਹੈ। ਜਿਹਨੂੰ ਅੰਤਰਾਤਮਾ ਦੀ ਆਵਾਜ਼ ਮਿੱਠੀ ਲੱਗਦੀ ਹੈ ਉਹ ਸਿੱਖ ਹੈ। ਸਾਰੇ ਸਿੱਖ ਨੇ। ਜਿਹਨੂੰ ਸੱਚ ਕੌੜਾ ਲੱਗਦਾ ਉਹ ਹਿੰਦੂ ਹੈ। ਅਪੇਖੰ ਅਭੂਤੰ। ਅਪੇਖੰ ਅਭੂਤੰ। ਅਭੂਤੰ ਕੀ ਹੈ? ਕੋਈ ਦੇਹ ਨਹੀਂ ਹੈ ਉਹਦੀ। ਪੰਜ ਭੂਤ ਹੁੰਦੇ ਨੇ, ਪੰਜ ਤੱਤ ਭੂਤ ਹੁੰਦੇ ਨੇ, ਇਹਨੂੰ ਭੂਤ ਕਹਿੰਦੇ ਨੇ। ਜੋ ਦੀਦ ਹੈ ਭਭੂਤੀ ਹੈ, ਭਭੂਤੀ ਹੈ ਮੈਟਰ, ਮੈਟਰ ਨੂੰ ਭਭੂਤੀ ਕਹਿੰਦੇ ਨੇ। ਪੰਜ ਤੱਤਾਂ ਨਾਲ ਦੀ ਉਹਦੇ ਨਾਲ ਕੋਈ ਲਿਪਤਤਾ ਚੀਜ਼ ਨਹੀਂ ਲੱਗੀ ਹੋਈ, ਭੂਤ ਹੈ। ਉਹ ਤਾਂ ਮਾਇਆ ਤੋਂ ਪਰੇ ਦੀ ਚੀਜ਼ ਹੈ, ਮਾਇਆ ਤੋਂ ਪਰੇ। ਅਭੂਤਮ ਅਦਵੈਖੰ। ਅਦਵੈਖੰ, ਕੋਈ ਦੋਖ ਨਹੀਂ ਉਹਦੇ ਵਿੱਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਛ ਵੀ ਨਹੀਂ। ਇਹ ਜਿਹਾ ਸਿੱਖ ਨਹੀਂ ਹੋਣਾ। ਕੋਈ ਇੱਛਾ ਹੀ ਨਹੀਂ ਉਹਦੇ ਚ। ਇਹ ਜਿਹਾ ਖਾਲਸਾ ਹੁੰਦਾ। ਹਰੇਕ ਨੂੰ ਖਾਲਸਾ ਲਾ ਲੈਂਦਾ ਆਪਣੇ ਪਿਓ ਦਾ ਰਾਜ ਹੈ ਨਾ, ਤੁਹਾਡੇ ਦਾ ਜਿਹੜਾ ਮਰਜ਼ੀ ਲਿਖ ਲਓ। ਖਾਲਸਾ ਮੁਸਲਮਾਨੀ ਨੂੰ ਹੈ, ਸਿੱਖਾਂ ਦਾ ਨਹੀਂ ਹੈ ਨਾ। ਮੁਸਲਮਾਨੀ ਨੂੰ ਹੈ ਖਾਲਸਾ, ਸਿੱਖਾਂ ਦਾ ਨਹੀਂ ਬਣਾਇਆ ਹੋਇਆ। ਅਸੀਂ ਤਾਂ
ਸ਼ਹੀਦ ਔਰ ਖਾਲਸਾ ਮੁਸਲਮਾਨੀ ਨਾਂ ਨੇ ਦੋਏ। ਸ਼ਹੀਦ ਵੀ ਜਿਉਂਦੇ ਹੁੰਦੇ ਨੇ, ਮਰੇ ਤੇ ਨਹੀਂ ਹੁੰਦੇ। ਸ਼ਹੀਦ ਜਿਉਂਦੇ ਹੁੰਦੇ ਨੇ, ਮਰੇ ਤੇ ਨਹੀਂ ਹੁੰਦੇ। ਜਿਹਨੇ ਜੀਵਨ ਮੁਕਤ ਪਦਵੀ ਪਾ ਲਈ ਉਹ ਸ਼ਹੀਦ ਹੈ। ਜਿਹੜਾ ਕਹਿੰਦਾ ਮਰੇ ਤੇ ਮੁਕਤੀ ਮਿਲਦੀ ਹੈ ਨਾ, ਜਿਹਨੂੰ ਇਹ ਸ਼ਹੀਦ ਬੰਦੇ ਨੇ ਮਰੇ ਤੇ ਮੁਕਤ, ਉਹ ਤਾਂ ਕੱਟਿਆ ਹੋਇਆ ਮਰਨ ਮੁਕਤ ਕਰ ਪਾਈ। ਜਿਹਨੂੰ ਮੁਕਤੀ ਨਹੀਂ ਮਿਲੀ ਸ਼ਹੀਦ ਨਹੀਂ ਹੈ। ਸ਼ਹੀਦ ਉਹ ਜਿਹਨੂੰ ਮੁਕਤੀ ਮਿਲ ਗਈ। ਸ਼ਹੀਦ ਹੁੰਦਾ ਗਿਆਨ ਖੜਕ ਨਾਲ, ਐ ਦੂਈ ਤਲਵਾਰ ਦਾ ਸ਼ਹੀਦ ਨਹੀਂ ਹੁੰਦਾ ਹੈ। ਸ਼ਹੀਦ ਤਾਂ ਪਹਿਲਾਂ ਹੀ ਹੋਇਆ ਹੁੰਦਾ। ਜਿਹਨੇ ਮਰਨਾ ਕਬੂਲ ਕਰ ਲਿਆ ਸੀ ਉਹ ਸ਼ਹੀਦ ਸੀ। ਪੰਜ ਪਿਆਰਿਆਂ ਨੇ ਸਿਰ ਦੇ ਤੇ ਸ਼ਹੀਦ ਉਦਣੇ ਹੋ ਗਏ, ਚਾਹੇ ਸਿਰ ਜਦ ਮਰਜੀ ਦਿੱਤੇ ਉਹਨਾਂ ਨੇ। ਫਿਰ ਬਾਅਦ ਚ ਉਹ ਕਿਹਾ ਨਾ, ਸੱਚ ਕੀ ਕਾਤੀ ਸੱਚ ਸਭ ਸਾਰ। ਉਹ ਸ਼ਹੀਦ ਦੀ ਉਹ ਡੈਫੀਨੇਸ਼ਨ ਮੁਸਲਮਾਨ ਨੂੰ ਦਿੱਤੀ ਹੋਈ। ਉਹਦਾ ਕਹਿਣਾ ਸੱਚ ਕੀ ਕਾਤੀ ਸੱਚ ਸਭ ਸਾਰ, ਇਹ ਮੁਸਲਮਾਨ ਨੂੰ ਸਮਝਾਇਆ ਵੀ ਐਂ ਸ਼ਹੀਦ ਹੁੰਦਾ ਹੈ। ਹਲਾਲ ਕਹਿੰਦੇ ਨੇ ਸ਼ਹੀਦ ਨੂੰ, ਉਹ ਜਿਹੜਾ ਹਲਾਲ ਹੋ ਜਵੇ ਸ਼ਹੀਦ ਹੈ। ਉਹ ਹਲਾਲ ਕਹਿੰਦੇ ਨੇ ਵੀ ਉਹਦਾ ਜੰਮਣਾ ਹਲਾਲ ਹੋ ਗਿਆ। ਜਿਵੇਂ ਅਸੀਂ ਕਹਿੰਦੇ ਜੰਮਣਾ ਸਫਲ ਹੋ ਗਿਆ ਜੀਵਨ, ਉਹਦਾ ਹਲਾਲ ਹੋ ਗਿਆ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸ ਕੀ ਅਪਰਪਾਰ। ਉਹਨੇ ਘੜਤਾ ਮਤ ਮਨ ਬੁੱਧ। ਉਹਦੇ ਨਾਲ ਕਹਿੰਦੇ ਜਿਹੜਾ ਉਹਦੇ ਨਾਲ ਸ਼ਹੀਦ ਹੋਵੇ ਨਾ ਗਿਆਨ ਖੜਕ ਨਾਲ ਮਨ, ਇਹਦੇ ਅੱਗੇ ਮਨ ਆਪਣੀ ਗਰਦਨ ਕਰ ਦਵੇ ਸਿਰ। ਜਿਹਨੇ ਮਨ ਵੇਚਿਆ ਸਤਿਗੁਰ ਦੇ ਪਾਸ ਉਹ ਸ਼ਹੀਦ ਹੈ, ਜਿਉਂਦਾ ਹੀ। ਸ਼ਹੀਦ ਹਮੇਸ਼ਾ ਹੀ ਜਿਉਂਦੇ ਹੁੰਦੇ ਨੇ, ਸ਼ਹੀਦ ਮਰਦੇ ਹੀ ਨਹੀਂ ਹੁੰਦੇ। ਸ਼ਹੀਦ ਸਰੀਰ ਛੱਡੇ ਤੇ ਹੁੰਦਾ। ਜਿਹੜਾ ਜਿਉਂਦਾ ਨਹੀਂ ਸ਼ਹੀਦ ਹੋਇਆ, ਮਰੇ ਤੇ ਨਹੀਂ ਹੁੰਦਾ। ਉਹ ਲੋਕ ਉਹ ਸੰਸਾਰੀ ਲੋਕਾਂ ਦੇ ਸ਼ਹੀਦ ਨੇ। ਫਿਰ ਗੁਰਮਤਿ ਦੇ ਸ਼ਹੀਦ ਜਿਉਂਦੇ ਹੀ ਨੇ। ਗੁਰਮਤਿ ਦੇ ਸ਼ਹੀਦ ਜਿਉਂਦੇ ਹੀ ਹੋ ਜਾਂਦੇ ਨੇ। ਸਰੀਰ ਜਦ ਮਰਜੀ ਛੱਡਣ, ਉਹਦਾ ਜਨਮ ਤੁਹਾਰੇ ਲੇਖੇ ਹੁੰਦਾ। ਜਿੰਨਾ ਚਿਰ ਜਿਉਂਦੇ ਵੀ ਨਾ ਸ਼ਹੀਦੀ ਤੋਂ ਬਾਅਦ, ਉਹ ਤੁਹਾਰੇ ਲੇਖੇ ਜਨਮ ਹੁੰਦਾ। ਗੁਰਮਤਿ ਅੰਦਰ ਸ਼ਹੀਦ ਉਹ ਹੈ ਜਿਹੜਾ ਜਿਉਂਦਾ ਹੋ ਗਿਆ। ਸਰੀਰ ਜਦ ਮਰਜੀ ਛੱਡਿਆ। ਭਾਈ ਮਨੀ ਸਿੰਘ ਜਿਉਂਦਾ ਪਹਿਲਾਂ ਹੀ ਸ਼ਹੀਦ ਸੀ। ਉਹ ਸਰੀਰ ਤਾਂ ਬਾਅਦ ਚ ਉਹਨਾਂ ਦੇ ਜੁੰਮੇ ਲਾਤਾ। ਉਹਦਾ ਕੀ ਹੈ? ਨੌਵੇਂ ਪਾਤਸ਼ਾਹ ਪਹਿਲਾਂ ਹੀ ਸ਼ਹੀਦ ਸੀ। ਉਹ ਕਹਿ ਰਹੇ ਨੇ ਦਸਮ ਪਾਤਸ਼ਾਹ ਠੀਕਰ ਫੋਰ ਦਲੀਸਰ। ਉਹਦਾ ਠੀਕਰਾ ਬਣਿਆ ਦੱਸਦੇ ਨੇ ਸਰੀਰ ਰੂਪੀ ਉਹਦੇ ਸਿਰ। ਉਹਦਾ ਫੁੱਟਣਾ ਹੀ ਸੀ, ਕਿਤੇ ਫੁੱਟਦਾ। ਪਰਪੁਰ ਕੀ ਉਹ ਪਿਆਨ ਦੱਸਦਾ ਰਹੇ ਨੇ। ਇਹ ਗੱਲਾਂ ਦਾ ਸਮਝ ਜ਼ਿਆਦਾ ਲੱਗਦੀ ਹੈ ਜਾਂ ਗੁਰਬਾਣੀ ਦੇ ਨਾਲ ਜੁੜੀਏ। ਜਿਹੜਾ ਸਮਝ ਲੂ ਇਹਨਾਂ ਗੱਲਾਂ ਨੂੰ, ਉਹ ਤਾਂ ਹੈ ਗੁਰੂ ਦੇ ਨਾਲ। ਬਾਕੀ ਜਿਹੜੇ ਰਿਛ ਮੋ ਟੱਪੀ ਜਾਂਦੇ 3 ਸਾਲ ਗੁਰੂ ਦੇ ਨਾਲ, ਉਹਦਾ ਰਿਛ ਨੇ ਛਾਲਾ ਮਾਰੀ ਜਾਂਦੇ ਨੂੰ। ਪਤਾ ਗੁਰੂ ਕੀ ਹੈ, ਨਾਲ ਕਿਵੇਂ ਹੋਈਦਾ ਪਤਾ ਹੈ ਨਹੀਂ ਕਿਸੇ ਗੱਲ ਦਾ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਨਾ ਉਹਦਾ ਕੋਈ ਰਾਗ ਹੈ। ਰਾਗ ਤੇ ਬਾਹਰ ਹੈ ਉਹ। ਜੇ ਰਾਗ ਤੇ ਬਾਹਰ ਹੈ, ਕੀਰਤਨ ਦਰਬਾਰ ਜਿਹੜੇ ਰਾਗੀ ਨੇ ਕੀ ਕਰਦੇ ਨੇ? ਰਾਗ ਤਾਂ ਹੈ ਹੀ ਨਹੀਂ। ਇਹ ਕਿਵੇਂ ਜੋੜ ਦੇਣਗੇ ਉਹਦੇ ਨਾਲ? ਜਿਹੜਾ ਰਾਗ ਦੇ ਵਿੱਚ ਹੀ ਨਹੀਂ, ਰਾਗ ਨਾਲ ਕਿਵੇਂ ਜੋੜ ਦੇਣਗੇ? ਬਾਣੀ ਰਾਗਾਂ ਨਾਲ ਰਚਣ ਦਾ ਮਤਲਬ ਕੁਝ ਹੋਰ ਸੀ। ਇਹ 'ਚ ਮਿਲਾਵਟ ਨਹੀਂ ਹੋ ਸਕਦੀ ਹੁੰਦੀ ਰਾਗਾਂ 'ਚ। ਰਾਗ 'ਚ ਮਿਲਾਵਟ ਕਰਨੀ ਬਹੁਤ ਔਖੀ ਹੈ। ਇਸ ਕਰਕੇ ਸਾਰੇ ਗ੍ਰੰਥ ਰਾਗਾਂ ਦੇ ਵਿੱਚ ਹੁੰਦੇ ਨੇ। ਇਹ 'ਚ ਮਿਲਾਵਟ ਨਹੀਂ ਹੋ ਸਕਦੀ। ਗਲਤ ਹੈ ਮਿਲਾਵਟ ਨਾ ਕੋਈ ਕਰ ਦੇਵੇ। ਰਾਗ 'ਚ ਮਿਲਾਵਟ ਕਰਨੀ ਕਿਤੇ ਸਗਾਲੀ ਹੈ। ਮਾਤਰਾ ਵੱਧ ਜੂਗੀ, ਭਾਵਨਾ ਖਤਮ ਹੋ ਜੂਗੀ, ਅਰਥ ਉੱਤੇ ਆਗੇ ਥੱਲੇ ਨਹੀਂ ਬਣਨਗੇ। ਦੂਜੀ ਚੀਜ਼ ਤਾਂ ਪੂਰਾ ਪਹਿਰਾ ਕੱਢ ਦਿੰਦੇ ਨੇ ਅਗਲੇ। ਉਹਦਾ ਕੀ ਪਤਾ ਲੱਗਦਾ ਕਿੱਥੋਂ ਗੱਲ ਸ਼ੁਰੂ ਹੋਈ ਸੀ, ਕੀ ਗੱਲ ਵਿੱਚ ਹੋਰ ਜਿੰਨੀ ਮਰਜ਼ੀ ਐਡ ਕਰਦੇ ਤੇ ਇਹਦੇ ਵਿੱਚ ਐਡ ਕਰਕੇ ਦਿਖਾਓ ਸ਼ਬਦ ਦੇ ਵਿੱਚ ਕਿਵੇਂ ਹੋ ਜੂ। ਫਿਰ ਨੰਬਰ ਜਗ੍ਹਾ ਨੰਬਰ ਲਿਖੇ ਹੋਏ ਨੇ, ਅੰਕ ਦਿੱਤੇ ਹੋਏ ਨੇ, ਕਹਿ ਪਤਾ ਨੇ ਕੀ ਹੈ। ਇਹ ਜਿਹੀ ਐਡੀਸ਼ਨ ਨਹੀਂ ਹੋ ਸਕਦੀ। ਇਹ ਵੀ ਇਹਨਾਂ ਨੂੰ ਪਤਾ ਨਹੀਂ ਵੀ ਕਿਉਂ ਕੀਤਾ ਹੋਇਆ। ਰਾਗਵਦ ਕਿਉਂ ਮਾਣੀ? ਹਾਂ, ਰਾਗਵਦ ਕਿਉਂ ਹੈ, ਕੀ ਅੰਕਾਂ ਦਾ ਮਤਲਬ ਹੈ, ਇਹਨਾਂ ਨੂੰ ਕੀ ਪਤਾ? ਇਹ ਤਾਂ ਉਹਨਾਂ ਨੂੰ ਪਤਾ ਜਿਹੜੇ ਨਾਲ ਜੁੜਦੇ ਨੇ।
ਫਿਰ ਪਤਾ ਲੱਗਦਾ ਵਾ ਇਹ ਗੱਲ ਕੀ ਹੈ। ਹਾਂਜੀ, ਨਾ ਰਾਗੰ ਨਾ ਰੰਗੰ ਨਾ ਰੰਗ, ਰੰਗ ਵੀ ਕੋਈ ਨਹੀਂ, ਨਾ ਰੂਪੰ ਨਾ ਰੇਖੰ। ਨਾ ਕੋਈ ਰੂਪ ਹੈ ਨਾ ਰੇਖ ਹੈ। ਉਹ ਜਿਹਦਾ ਕੋਈ ਸਰੀਰ ਦੇਖੋ ਨਾ, ਅੱਖਾਂ ਨੂੰ ਦੇਖਣ ਵਾਲੇ ਹੁੰਦੇ ਨੇ ਰਾਗ, ਨਾ ਰੰਗ। ਕੰਨਾਂ ਨੂੰ ਸੁਣਨ ਵਾਲਾ ਰਾਗ ਹੈ, ਅੱਖਾਂ ਨੂੰ ਦੇਖਣ ਵਾਲਾ ਰੰਗ ਰੂਪ ਹੈ। ਜਾਂ ਬਿਨਾਂ ਕੰਨਾਂ ਤੋਂ ਸੁਣਨਾ ਹੈ, ਬਿਨਾਂ ਅੱਖਾਂ ਤੋਂ ਦੇਖਣਾ, ਫਿਰ ਕਿਵੇਂ ਹੋ ਗਿਆ ਰੰਗ ਰੰਗ ਰੂਪ ਰੇਖ? ਦੇਖਣਾ ਵੀ ਜ਼ਰੂਰ ਹੈ ਬਿਨਾਂ ਅੱਖਾਂ ਤੇ, ਉੱਥੇ ਰੂਪ ਤਾਂ ਹੋ ਨਹੀਂ ਸਕਦਾ। ਫਿਰ ਰੂਪ ਤਾਂ ਅੱਖਾਂ ਨੂੰ ਦਿਖਦਾ, ਰੂਪ ਆ ਰੰਗ ਅੱਖਾਂ ਦਾ ਵਿਸ਼ਾ। ਅੱਖਾਂ ਨਾਲ ਦੇਖਣ ਵਾਲੀ ਚੀਜ਼ ਕੋਈ ਨਹੀਂ, ਇਹਦਾ ਮਤਲਬ ਰੂਪ ਦਾ ਰੰਗ ਤੇ ਤਾਂ ਪਰੇ ਹੋ ਗਿਆ। ਫਿਰ ਕੰਨਾਂ ਨਾਲ ਸੁਣਨ ਵਾਲੀ ਚੀਜ਼ ਕੋਈ ਨਹੀਂ, ਰੰਗ ਤੇ ਵੀ ਪਰੇ ਹੋ ਗਿਆ। ਇਹ ਰਾਗ ਦਾ ਕੰਨ ਰਸ ਬਣ ਗਿਆ। ਹੁਣ ਰਾਗ ਕੰਨ ਰਸ ਬਣ ਗਿਆ। ਜਦੋਂ ਰਾਗੀ ਨੂੰ ਗਿਆਨ ਨਾ ਹੋਵੇ ਨਾ ਕਿ ਮੈਂ ਕੀ ਬੋਲਦਾ, ਫਿਰ ਕੰਨ ਰਸ ਬਣ ਕੇ ਰਹਿ ਜਾਂਦਾ। ਜੇ ਰਾਗੀ ਨੂੰ ਗਿਆਨ ਹੋਵੇ, ਗਾਉਣ ਵਾਲੇ ਨੂੰ ਗਿਆਨ ਹੋਵੇ ਨਾ, ਉਹ ਉਹਦੇ ਨਾਲ ਰਾਗ ਰਸ ਨਾਲ ਜੁੜ ਕੇ ਨਾ ਨਾਮ ਰਸ ਦੀ ਸਪਲਾਈ ਕਰੇ, ਰਾਗ ਰਸ ਦੀ ਸਪਲਾਈ ਨਾ ਕਰੇ। ਰਾਗੀ ਰਾਗ ਦਾ ਰਸ ਦੀ ਸਪਲਾਈ ਕਰਦੇ ਨੇ ਸੰਗਤ ਨੂੰ। ਕੰਨ ਰਸ ਰਾਗ ਰਸ, ਕੰਨ ਰਸ ਹੈ। ਨਾਮ ਰਸ ਜਿਹੜਾ ਹੈ ਉਹ ਰਸਨਾ ਨਾਲ ਦਲੀ ਨਾਲ ਸੰਬੰਧ। ਨਾਮ ਰਸ ਚਾਹੀਦਾ ਸੀ, ਰਾਗ ਰਸ ਨਹੀਂ ਚਾਹੀਦਾ। ਇਸ ਕਰਕੇ ਕੀਰਤਨ ਦੇ ਵਿੱਚ ਨਾਮ ਰਸ ਹੁੰਦਾ। ਜਦੋਂ ਵਿਆਖਿਆਕਾਰ ਨੇ ਜਿਹੜੇ ਗੁਰਬਾਣੀ ਦੇ, ਉਹ ਨਾਮ ਰਸ ਦਿੰਦੇ ਹੁੰਦੇ ਨੇ। ਕੀਰਤਨ ਵਿਆਖਿਆ ਨੂੰ ਕਹਿੰਦੇ ਨੇ। ਅੰਦਰ ਕੀਰਤਨ ਕੇਵਲ ਵਿਖਿਆਨ, ਵਿਖਿਆਨ ਦਾ ਨਾਮ ਕੀਰਤਨ। ਇਹ ਰਾਗ ਰਸ ਦਾ ਇਹਦਾ ਕੀਰਤਨ ਨਹੀਂ ਹੈ। ਇਹਦਾ ਨਾਮ ਗਾਉਣਾ। ਕੋਈ ਗਾਵੇ ਰਾਗੀ ਨਾਦੀ ਬੇਦੀ ਪੋ ਭੰਤ ਕਰਨੀ, ਹਰ ਹਰ ਭੀਜੇ ਰਾਮ ਰਾਜੇ, ਇਹਦੇ ਨਾਲ ਨਹੀਂ ਭੇਜਦਾ ਮਨ। ਕੀਰਤਨ ਦਰਬਾਰਾਂ ਨਾਲ ਨਾ ਇਹਨਾਂ ਦਾ ਭੇਜੇ ਨਾ ਆਉਣਾ। ਕੌਣ ਹੈ? ਅਕਾਲ ਤਖਤ ਦਾ ਜਹੇਦਾਰ ਵੀ ਰਿਹਾ, ਰਾਗੀ ਵੀ ਰਿਹਾ, ਭਿੱਜ ਗਿਆ ਮਨ। ਕਿੱਥੇ ਖੜਾ? ਗੁਰੂ ਤੋਂ ਖਿਲਾਫ ਹੋਇਆ ਖੜਾ। ਉਹ ਕਰੋੜਾਂ ਰੁਪਈਏ ਕਮਾ ਕੇ ਗੁਰੂ ਦੀ ਸੰਗਤ ਤੋਂ, ਉਸੇ ਬਾਣੀ ਤੋਂ ਖਿਲਾਫ ਹੋਇਆ ਖੜਾ, ਉਸੇ ਘਰ ਤੋਂ। ਸੱਤਾ ਬਲਵੰਡ ਕੌਣ ਤੇ ਰਾਗੀ ਉਹਦੇ ਨਾਲ ਹੋ ਗਏ ਤੇ ਨਾ ਖਿਲਾਫ। ਉਹ ਹੋਇਆ ਖੜਾ, ਹੋਰ ਕੀ ਹੈ? ਉਹਨੂੰ ਕਦਰ ਨਹੀਂ ਮਿਲੀ ਬਾਜ਼ਾਰ 'ਚ ਫਿਰਦਾ ਰਿਹਾ ਇੰਨਾ ਚਿਰ। ਮੈਂ ਜਹੇਦਾਰਾਂ, ਕਿਸੇ ਨੇ ਪੁੱਛਿਆ ਨਹੀਂ। ਥੋੜਾ ਥੋੜਾ ਖਰਾਬ ਬੋਲ ਕੇ ਦੇਖਿਆ, ਹੁਣ ਜ਼ਿਆਦਾ ਖੁੱਲ੍ਹ ਕੇ ਖਰਾਬ ਹੋ ਗਿਆ। ਕਿਸੇ ਜਾਂਤੀ ਦੇ ਢਹਿ ਚੜ ਗਿਆ ਹੋਊ। ਉਹ ਵਰਤਣ ਵਾਲੇ ਤਾਂ ਬਹੁਤ ਬੈਠੇ ਨੇ, ਗੁਰੂ ਘਰ ਤੇ ਖਰਾਬ ਵਰਤੇ ਹੀ ਰਹੇ ਨੇ। ਰਾਮ ਰਾਏ ਖੜਾ ਕੀਤਾ ਕਿਸੇ ਨੇ, ਕੋਈ ਤਾਂ ਹੁੰਦਾ ਹੀ ਰਿਹਾ। ਇਹਨੂੰ ਖਬਰਾਂ ਕਿਹਨੇ ਕੀਤਾ ਹੋਊ, ਕੀ ਪਤਾ ਇਹਦੇ ਪਿੱਛੇ ਵੀ ਕੋਈ ਹੋਵੇ। ਕਦੋਂ ਗੱਫਾ ਮਿਲ ਗਿਆ ਹੋਵੇ ਤਗੜਾ, ਕੀ ਪਤਾ। ਐਵੇਂ ਤਾਂ ਕੋਈ ਇਹੋ ਜਿਹੀ ਗੱਲ ਐ ਸਟੈਂਡ ਲੈਂਦਾ ਨਹੀਂ। ਕੱਲ ਤੂੰ ਆਪ ਜਹੇਦਾਰ ਬਣ ਕੇ, ਜਦ ਹੁਣ ਕਹਿੰਦਾ ਜਹੇਦਾਰ ਮਾੜੇ ਨਕਲੀ ਨੇ, ਤੂੰ ਅਸਲੀ ਸੀ। ਤੂੰ ਅਸਲੀ ਦੀ ਮੋਹਰ ਕਿੱਥੋਂ ਲਾਈ ਸੀ? ਤੂੰ ਅਸਲੀ ਸੀ, ਇਹ ਨਕਲੀ ਹੈ। ਜਿਨ੍ਹਾਂ ਨੇ ਤੈਨੂੰ ਬਣਾਇਆ ਸੀ, ਉਹਨਾਂ ਨੇ ਇਹਨੂੰ ਬਣਾਇਆ। ਜਦ ਵੀ ਵੋਟਾਂ ਨਾਲ ਜੁੜ ਕੇ ਆਉਂਦੇ, ਹੁਣ ਵੀ ਵੋਟਾਂ ਨਾਲ ਜੁੜ ਕੇ ਆਉਂਦੇ ਨੇ। ਏਦਾਂ ਲੱਗਦਾ ਹੀ ਹੁੰਦਾ। ਇਹਦਾ ਜਦੋਂ ਮਨ ਹਰਾਮੀ ਹੋ ਜਾਵੇ, ਹੁਜਤਾਂ ਬਥੇਰੀਆਂ ਹੁੰਦੀਆਂ। ਮਨ ਹਰਾਮੀ ਹੁਜਤਾਂ ਢੇਰ। ਮਹਾਦੇਵ ਦੇਵੰ ਮਹਾਯੋਗ ਯੋਗੰ। ਮਹਾਦੇਵ ਦੇਵੰ ਮਹਾਯੋਗ ਯੋਗੰ। ਜਿਹਨੇ ਸਾਰੀ ਜ਼ਿੰਦਗੀ ਪੈਸੇ ਖਾਤਰ ਸਿੱਖੀ ਵੇਚੀ ਹੈ, ਉਹ ਸਿੱਖੀ ਦੇ ਨੇੜੇ ਕਿਵੇਂ ਚਲਾ ਗਿਆ? ਨਾ ਭਿੱਜੇ ਰਾਗੀ ਨਾਦੀ। ਇਹ ਤਾਂ ਭਿੱਜਦੇ ਹੀ ਨਹੀਂ ਹੁੰਦੇ, ਕਦੇ ਭਿੱਜ ਸਕਦੇ ਨੇ। ਉਹ ਤਾਂ ਮੂਰਖ ਨੇ ਲੋਕ, ਇਹਦੇ ਵਰਗੇ ਹੀ ਨੇ ਜਿਹੜੇ ਇਹਨੂੰ ਕਹਿੰਦੇ ਨੇ ਜਿਹਨੇ ਸੇਵਾ ਕਾਹਦੀ ਕੀਤੀ ਹੈ। ਇਹ ਜੋ ਸੇਵਾ ਨਾ ਜਾਈ, ਜੇ ਸਿਆਸਤਦਾਨ ਕਰਦੇ ਨੇ। ਹੁਣ ਸਿਆਸਤਦਾਨ ਕਹਿੰਦੇ ਅਸੀਂ ਸੰਗਤ ਦੀ ਸੇਵਾ ਕਰਦੇ। ਬਾਦਲ ਕਹਿੰਦੇ ਰਾਜਨੀਤੀ ਸੇਵਾ, ਸਾਰੇ ਹੀ ਕਹਿੰਦੇ ਨੇ। ਸਿਆਸਤਦਾਨ ਸਾਰੇ ਕਹਿੰਦੇ ਸੇਵਾ ਕਰਦੇ ਨੇ। ਇਹ ਜੀ ਸੇਵਾ ਰਾਗੀ ਕਰਦੇ ਨੇ, ਪੈਸੇ ਪਿੱਛੇ ਕਰਦੇ ਨੇ ਸੇਵਾ। ਇਹ ਕਾਹਦੀ ਸੇਵਾ? ਸੇਵਾ ਦਾ ਅਸਲ ਦੇ ਵਿੱਚ ਆਦਮੀ ਕਰੇ ਨਹੀਂ ਸਕਦਾ।
ਆਦਮੀ ਨੌਕਰੀ ਤਾਂ ਕਰ ਸਕਦਾ ਹੈ, ਸੇਵਾ ਨਹੀਂ ਕਰ ਸਕਦਾ। ਪਰਮੇਸ਼ਰ ਤਾਂ ਚਾਕਰੀ ਤਾਂ ਕਰ ਸਕਦਾ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮ ਪਾਏ। ਚਾਕਰੀ ਤਾਂ ਲਿਖਿਆ, ਸੇਵਾ ਨਹੀਂ ਲਿਖਿਆ। ਸੇਵਾ ਕੋ ਦੋ ਭਲੇ ਇੱਕ ਸੰਤ ਕਰਾਮ। ਜੇ ਇਹਨਾਂ ਨੂੰ ਗਿਆਨ ਹੋਵੇ ਗੁਰਬਾਣੀ ਦਾ ਤਾਂ ਸੇਵਾ ਕਹਿਣੇ ਨਾ ਹੈ। ਜਿਹੜੇ ਸੇਵਾ ਕਹਿਣ ਵਾਲੇ ਨੇ ਉਹਨਾਂ ਨੂੰ ਗੁਰਬਾਣੀ ਦਾ ਗਿਆਨ ਹੈ ਨਹੀਂ। ਸਾਬਤ ਹੋ ਜਾਣਾ ਵੀ ਗੁਰਬਾਣੀ ਦਾ ਇਹਨਾਂ ਨੂੰ ਗਿਆਨ ਹੈ ਹੀ ਨਹੀਂ। ਕਾਰ ਸੇਵਾ ਵਾਲਿਆਂ ਨੂੰ ਵੀ, ਕਾਰ ਸੇਵਾ ਵਾਲੇ ਤਾਂ ਵਿਚਾਰੇ ਬਾਣੀ ਪੜ੍ਹਦੇ ਹੀ ਨਹੀਂ, ਚੱਲ ਉਹਨੂੰ ਤਾਂ ਗਿਆਨ ਕਿੱਥੋਂ ਹੋਣਾ। ਉਹਨਾਂ ਦਾ ਤਾਂ ਸੰਬੰਧ ਹੀ ਨਹੀਂ ਹੈ ਗੁਰਬਾਣੀ ਦਾ, ਉਹ ਤਾਂ ਸੁਣ ਦਿੰਦੇ ਹੀ ਨਹੀਂ। ਤਾਂ ਕਹਿੰਦੇ ਸਤਨਾਮ ਵਾਹਿਗੁਰੂ ਤੇ ਗਾਹਾਂ ਜਾਣਾ ਹੀ ਨਹੀਂ, ਗਾਹਾਂ ਖਤਰਾ। ਫਿਰ ਤਾਂ ਕਾਰ ਸੇਵਾ ਤੋਂ ਹਟਾ ਦਿੰਦੀ ਹੈ ਬਾਣੀ। ਕਾਰ ਸੇਵਾ ਨੂੰ ਕਾਰ ਸੇਵਾ ਨਹੀਂ ਰਹਿਣ ਦੇਣਾ ਇਹਨੇ। ਸਾਡੇ ਜੋ ਕੁਛ ਅਸੀਂ ਸੇਵਾ ਕਰਦੇ ਇਹਨੂੰ ਪਰਪੰਚ ਕਹਿ ਦੇਣਾ, ਬਾਣੀ ਨੂੰ ਸਾਬਤ ਕਰ ਦੇਣਾ ਵੀ ਇਹ ਪਰਪੰਚ ਹੈ। ਫਿਰ ਤਾਂ ਕਾਰ ਸੇਵਾ ਪਰਪੰਚ ਬਣ ਜਾਣੀ ਹੈ ਜੇ ਗੁਰਬਾਣੀ ਪੜ੍ਹ ਲਈ। ਫਿਰ ਸੇਵਾ ਨਹੀਂ ਰਹਿਣੀ, ਫਿਰ ਪਰਪੰਚ ਹੈ। ਬਿਰਲੇ ਕਹੀਏ ਨਾਨਕਾ ਜੇ ਨਾ ਰਚੈ ਪਰਪੰਚ, ਫਿਰ ਇਹ ਪਰਪੰਚ ਬਣ ਜਾਣ। ਜਿੰਨੇ ਗੁਰਦੁਆਰੇ ਵਧੀਆ ਉਹਨਾਂ ਸਿੱਖ ਘਟਿਆ ਪਰਪੰਚ ਸੀ। ਇਹ ਸਿੱਖ ਪਰਪੰਚ ਮਗਰ ਲੱਗ ਗਏ, ਗੁਰਦੁਆਰੇ ਪੱਕੇ ਹੋ ਗਏ, ਸਿੱਖ ਕੱਚੇ ਹੋ ਗਏ, ਸਿੱਖੀ ਕੱਚੀ ਹੋ ਗਈ। ਇਹਨਾਂ ਗੱਲਾਂ ਦਾ ਸਿੱਖੀ ਕੱਚੀ ਹੋਈ ਹੈ। ਪਰਪੰਚ ਹੈ ਨਾ, ਲੀਡਰ ਪਰਪੰਚੀ ਹੋਵੇ, ਸਿੱਖੀ ਕੱਚੀ ਆਪੇ ਹੋ ਜੂਗੀ। ਤੇ ਸਿੱਖੀ ਪੜਾਉਣ ਵਾਲਾ ਪਰਪੰਚੀ ਹੈ, ਤੇ ਸਿੱਖੀ ਪੱਕੀ ਹੋ ਕੱਚੀ ਹੋਊਗੀ। ਇਹ ਤਾਂ ਨਿਵੇਂ ਕੱਚੀ ਕਰ ਰਹੇ ਨੇ। ਮਹਾਦੇਵ ਦੇਵੰ ਮਹਾਜੋਗ ਜੋਗਮ। ਮਹਾਦੇਵ ਦੇਵ ਮਹਾਜੋਗ ਜੋਗਮ। ਜਿਹੜੇ ਦੇਵ ਨੇ ਨਾ, ਕੁਝ ਗਿਆਨ ਦੇ ਰਹੇ ਨੇ, ਅੰਦਰ ਦੇਵ ਹੈ ਨਾ। ਮਹਾਦੇਵ ਦੇਵੰ, ਹਾਂ, ਇਹਨਾਂ 'ਚ ਵੀ ਮਹਾਦੇਵ ਹੁੰਦੇ ਨੇ, ਵੱਡੇ ਗਿਆਨੀ ਹੁੰਦੇ ਨੇ ਨਾ। ਗੁਰ ਹਾਈ ਜਿਹੜੇ ਹੁੰਦੇ ਨਾ, ਗੁਰ ਹਾਈ ਕਹਿਣਾ ਨਾ ਜਾਈ ਤੇਰੀ ਤਲ ਵੜਿਆਈ। ਇੱਕ ਤਾਂ ਛੋਟੇ ਨੇ, ਗਿਆਨ ਪੜ੍ਹ ਰਹੇ ਨੇ, ਇੱਕ ਗਿਆਨ ਪੜ੍ਹਾ ਰਹੇ ਨੇ। ਜਿਹੜੇ ਪੜ੍ਹਾ ਰਹੇ ਨੇ ਉਹ ਮਹਾਦੇਵ ਨੇ। ਮਹਾਦੇਵ ਦੇਵੰ, ਦੇਖੋ ਨਾ, ਇੱਕ ਤਾਂ ਟੀਚਰ ਹੈ, ਇੱਕ ਟੀਚਰ ਨੂੰ ਵੀ ਗਾਹਾਂ ਪੜ੍ਹਾ ਰਿਹਾ। ਇੱਕ ਟੀਚਰ ਤਾਂ ਬੱਚੇ ਨੂੰ ਪੜ੍ਹਾ ਰਿਹਾ, ਅਨਪੜ੍ਹਾਂ ਨੂੰ। ਜਿਹੜੇ ਟੀਚਰ ਬਣਾਏ ਨੇ ਉਹ ਵੀ ਤਾਂ ਜਿੱਥੋਂ ਟੀਚਰ ਬਣ ਕੇ ਨਿਕਲਦੇ ਨੇ ਉਹ ਮਹਾਦੇਵ ਹੋਏ ਨਾ। ਫਿਰ ਮਹਾਦੇਵ ਦੇਵੰ, ਉਹਦਾ ਮਹਾਦੇਵਾਂ ਦਾ ਵੀ ਦੇਵਾ, ਤੇ ਉਹਨਾਂ ਦਾ ਵੀ ਪੜਾਉਣਾ। ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਟੌਪ ਤੇ ਹੈ, ਉਹਦੇ ਅੱਗੇ ਫਿਰ ਤੂੰ ਖੜਾ। ਉਹ ਤੂੰ ਕੌਣ ਹੈ? ਉਹ ਇਹੀ ਤੂੰ ਹੀ ਸ਼ਬਦ ਹੈ। ਸਾਡਾ ਸ਼ਬਦ ਹੈ ਨਾ, ਬਿਨਾਂ ਗੱਲਾਂ ਸੁਣਨ ਵਾਲਾ, ਇਹ ਉਹਨੂੰ ਸੰਬੋਧਨ ਮਹਾਦੇਵ ਦੇਵਾ। ਇਹ ਤੋਂ ਹੀ ਮਿਲਣਾ, ਕੋਈ ਸ਼ਬਦ ਤੋਂ ਹੀ ਮਿਲਣਾ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਾ ਨਾ ਕਰੀ ਗਿਆਨ ਲਾ ਲਓ, ਉਹੀ ਕਰਦਾ ਨਾ। ਫਿਰ ਮਹਾਦੇਵ ਦੇਵ ਨਹੀਂ ਹੋਇਆ। ਮਹਾਦੇਵ ਕੌਣ ਹੈ? ਲਾਲੋ ਮਹਾਦੇਵ ਹੈ ਨਾ, ਗਿਆਨ ਕਰਨ ਵਾਲਾ। ਜਿਹਨੇ ਗੁਰਬਾਣੀ ਰਚੀ ਆ ਮਹਾਦੇਵ ਹੈ। ਜਿਹਨੂੰ ਪੜ੍ਹਾ ਰਿਹਾ ਦੇਵ ਹੈ। ਮਨੂ ਕੌਣ? ਸ਼ੁੱਧ ਆਤਮਾ ਮੰਨੂਗੀ ਬਾਣੀ ਨੂੰ, ਦੇਵ ਹੁੰਦਾ। ਸ਼ੁੱਧ ਆਤਮਾ ਦੇਵ ਹੈ। ਗੁਰਬਾਣੀ ਨੂੰ ਸ਼ੁੱਧ ਆਤਮਾ ਮੰਨੂ, ਕਿਸੇ ਨੇ ਦੂਏ ਨੇ ਨਹੀਂ ਮੰਨਣਾ। ਜਿਹਦੀ ਆਤਮਾ ਸ਼ੁੱਧ ਹੈ, ਜਿਹਦਾ ਹਿਰਦਾ ਸ਼ੁੱਧ ਹੈ ਨਾ, ਜਿਹਦਾ ਹਿਰਦਾ ਸ਼ੁੱਧ ਹੈ, ਗੁਰਬਾਣੀ ਮੰਨੂ, ਦੂਆ ਨਹੀਂ ਮੰਨ ਸਕਦਾ ਕੋਈ ਵੀ। ਇਹ ਭੁਲੇਖਾ ਕਰ ਦੇਣ। ਜਿਹਦਾ ਹਿਰਦਾ ਸ਼ੁੱਧ ਉਹਨੂੰ ਬਾਣੀ, ਉਹਨੇ ਬਾਣੀ ਨਹੀਂ ਮੰਨਣੀ। ਬਾਣੀ ਹਿਰਦਾ ਸ਼ੁੱਧ ਵੀ ਕਰ ਦਿੰਦੀ ਹੈ, ਕਰਦੀ ਹੈ। ਹਿਰਦਾ ਸ਼ੁੱਧ ਵੀ ਇਹਦੇ ਨਾਲ ਹੁਣ ਬੰਦੇ ਤੇ ਹੀ ਹੋਣਾ। ਜਿਉਂ ਜਿਉਂ ਸ਼ੁੱਧ ਹੋਈ ਜਾਊ ਤੇ ਉਹਦੇ ਜ਼ਿਆਦਾ ਮੰਨੀ ਜਾਊ, ਟਿਕੀ ਜਾਊ। ਮਹਾਜੋਗ ਜੋਗਮ, ਔਰ ਜਿਹੜਾ ਸ਼ੁੱਧ ਹਿਰਦੇ ਵਾਲੇ ਦੇ ਅੰਦਰ ਹੀ ਉਹ ਗਿਆਨ ਪ੍ਰਗਟ ਹੋਣਾ, ਬਾਣੀ ਪ੍ਰਗਟ ਹੋਣੀ, ਉਹ ਫਿਰ ਮਹਾਦੇਵ ਬਣ ਜਾਣਾ। ਜਿਹਦੇ ਅੰਦਰ ਸ਼ਬਦ ਪ੍ਰਗਟ ਹੋਣਾ ਨਾ, ਉਹ ਮਹਾਦੇਵ। ਉਹਦਾ ਦੇਵ ਤੂੰ ਹੈ। ਫਿਰ ਸੰਸਾਰ 'ਚ ਮਹਾਦੇਵ ਉਹੀ ਹਨ, ਬੜਾ ਭਗਤ ਬਰਾਬਰ, ਪੰਡਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ ਹੋਰ ਨਾ ਕੋਈ। ਪੰਡਤ ਥੱਲੇ ਰਹਿ ਗਿਆ ਨਾ, ਵਿਦਵਾਨ ਗੁਰਮੁਖ ਉੱਤੇ ਹੋ ਗਿਆ ਨਾ। ਉਹ ਵਿਦਵਾਨ ਤਾਂ ਐਵੇਂ ਮਹਾਰੇ ਆਟੇ ਮਾਖੜੀ ਜਾਂਦੇ ਨੇ, ਤਾਂ ਪੱਲੇ ਹੀ ਕੱਖ ਨਹੀਂ। ਕਿਤੇ ਵੀ ਨਹੀਂ ਗੁਰਬਾਣੀ ਜਿਹਨਾਂ ਨੂੰ ਕਿਹਾ ਹੋਇਆ ਵੀ ਤੁਹਾਡੇ ਪੱਲੇ ਕੱਖ ਹੈ, ਦੱਸਿਆ ਹੀ ਕਿਸੇ ਨੇ ਨਹੀਂ। ਇਹਨਾਂ ਦਾ ਹੰਕਾਰ ਹੁਣ ਟੁੱਟੂਗਾ ਵੀ ਦਿਖਾਓ ਤੁਹਾਡੇ ਪੱਲੇ ਕੀ ਹੈ। ਕੋਈ ਪੁੱਛਣ ਵਾਲਾ ਹੈ ਹੀ ਨਹੀਂ ਸੀ ਇਹਨਾਂ ਨੂੰ।
ਆਕੜੀ ਗਏ ਨੇ। ਕੱਖ ਨਹੀਂ ਛੱਡਿਆ ਭਗਤਾਂ ਨੇ ਸਾਰਿਆਂ ਦੇ ਪੰਡਤਾਂ ਦੇ ਪੱਲੇ ਰਿਸ਼ੀ ਮੁੰਡਿਆਂ ਦੇ ਕੱਖ ਨਹੀਂ ਛੱਡਿਆ ਭਗਤਾਂ ਨੇ। ਛੱਡਿਆ ਕੀ ਹੈ ਹੀ ਨਹੀਂ ਸੀ, ਕੱਖ ਪੜਦਾ ਹੀ ਸੀ ਨਾ। ਉਹਨਾਂ ਨੇ ਖੋਇਆ ਕੁਝ ਨਹੀਂ, ਉਹਨਾਂ ਨੇ ਦੱਸਿਆ ਪੜਦਾ ਚੱਕ ਕੇ ਵੀ ਦਿਖਾਓ ਇਹਨਾਂ ਦੇ ਪੱਲੇ ਕੀ ਹੈ। ਇਹਨਾਂ ਨੂੰ ਦਿਖਾਉਣਾ ਹੀ ਇਹਦਾ ਪੜਦਾ ਹੀ ਚੱਕਣਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ, ਦਿਖਾਓ ਕੀ ਹੈ ਇਹਨਾਂ ਦੇ ਪੱਲੇ, ਦੇਖ ਲਓ ਕੀ ਹੈ। ਜਿਹੜਾ ਕੋਈ ਇਹਨਾਂ ਨੇ ਹੁਣ ਤੇ ਅਰਥਾਇਆ, ਅਰਥ ਕੀਤੇ ਨੇ, ਕਿਤਾਬਾਂ 'ਚ ਪਏ ਨੇ, ਪਤਾ ਹੀ ਹੈ, ਦੇਖ ਲੈਣ, ਉਹੀ ਕੁਝ ਹੈ ਨਾ। ਜਿਹੜਾ ਕੋਈ ਕਹਿ ਰਹੇ ਨੇ ਉਹੀ ਕੁਝ ਹੈ। ਕਿਤਾਬਾਂ ਬਥੇਰੀਆਂ ਲਿਖਦੇ ਨੇ, ਬਈਆਂ ਨੇ ਦੇਖ ਲਓ ਕੀ ਹੈ ਉਹਦੇ 'ਚ, ਗੁਰਬਾਣੀ ਕੀ ਕਹਿੰਦੀ ਹੈ, ਕੀ ਲਿਖਦੇ ਨੇ, ਉਹੀ ਪੱਲੇ ਹੈ ਨਾ ਉਹਦੇ। ਆਪੇ ਚੁੱਪ ਕਰ ਜਾਂਦੇ ਨੇ। ਐਸੀ ਕੁੱਟ ਕੁੱਟੀ ਜਾਂਦੀ ਹੈ ਇਹਨਾਂ ਦੀ। ਮਾਂ ਕੁੱਟ ਕੁੱਟਾਂਗਾ ਉਹ ਨਾ ਇਹਦੇ ਵਿੱਚ, ਇਹ ਮਾਂ ਕੁੱਟ ਕੁੱਟੇ ਨੂੰ ਵੀ ਇਹ ਕਰਦੀ ਹੈ। ਹਾਂਜੀ, ਮਹਾਯੋਗ ਯੋਗੰ, ਮਹਾਯੋਗ ਯੋਗੰ, ਐਸਾ ਯੋਗ ਹੈ, ਇਸ ਤਰੀਕੇ ਨਾਲ ਜੁੜਦਾ, ਫਿਰ ਨਹੀਂ ਟੁੱਟਦਾ। ਤੋੜੀ ਨਾ ਟੁੱਟਾ, ਜਿਵੇਂ ਫੀਮ ਨਹੀਂ ਨਾ ਛੁੱਟਦੀ, ਫਿਰ ਨਹੀਂ ਛੁੱਟਦੀ। ਤਾਂ ਹੀ ਅਮਲੀ ਨੂੰ ਕਿਹਾ, ਅਮਲੀ ਕੋ ਜੈਸੇ ਅਮਲ ਵਾਲਾ ਸੈਸੇ ਮੇਰੇ ਮਨ ਨਾ ਭਈਆ। ਅਮਲੀ ਦੀ ਤਾਂ ਸਿਫਤ ਦੱਸੀ ਹੈ, ਅਮਲੀ ਦਾ ਤਾਂ ਗੁਣ ਦੱਸਿਆ। ਇਹਨਾਂ ਦਾ ਕੀ ਦੱਸਿਆ? ਮਨਮੁਖਾਂ ਦਾ, ਵਿਦਵਾਨਾਂ ਦਾ ਕੀ ਦੱਸਿਆ? ਵਿਦਵਾਨ ਬੋਲਦੇ ਨੇ ਨਸ਼ਿਆਂ ਦੇ ਖਿਲਾਫ, ਇਹਨਾਂ ਦਾ ਕਿਹੜਾ ਗੁਣ ਦੱਸਿਆ? ਇਹ ਦੱਸਣ, ਤੁਹਾਡਾ ਕਿਹੜਾ ਗੁਣ ਦੱਸਿਆ? ਥੋੜੇ ਜਿਹੇ ਗੁਣ ਕਿਹੜਾ ਕਿਹਾ ਗੁਰਬਾਣੀ ਨੇ ਵਿਦਵਾਨਾਂ 'ਚ? ਵਿਦਵਾਨਾਂ ਤਾਂ ਮੂਰਖ ਵਿਦਿਆ ਵੇ ਕਰਦਾ, ਆਹ ਗੁਣ ਦੱਸਿਆ, ਵੇ ਖੱਟੇ ਵੇ ਖਾਏ। ਜਾਂ ਤਾਂ ਕਿਹਾ ਮੂਰਖ ਵਿਦਿਆ ਵੇ ਕਰਦਾ, ਵੇ ਖੱਟੇ ਵੇ ਖਾਏ। ਇਹ ਪੜਿਆ ਮੂਰਖ ਆਖਿਆ ਜਿਤ ਲੱਭ ਲੋ ਹੰਕਾਰ। ਜੇ ਲੱਭ ਲੋ ਹੰਕਾਰ ਨਹੀਂ ਹੈ ਉਹ ਬਚਿਆ ਵਿਦਵਾਨ, ਬਾਕੀ ਕੋਈ ਨਹੀਂ ਬਚਿਆ, ਬਾਕੀ ਸਭ ਮੂਰਖ ਨੇ। ਆਹ ਤੁਹਾਨੂੰ ਭਰੋਸਾ ਮਿਲਿਆ ਹੈ ਗੁਰਬਾਣੀ 'ਚ, ਚਾਹੇ ਵੰਡ ਕੇ ਖਾ ਲਓ ਚਾਹੇ ਇਕੱਲੇ ਖਾ ਲਓ। ਹੋਰ ਦੱਸੋ ਤੁਹਾਡੇ ਹੱਕ 'ਚ ਦਿਖਾਓ ਤਾਂ ਸੇ ਕੀ ਹੈ? ਵਿਦਿਆ ਸੋਧੇ ਤਤ ਲਹੇ, ਜੇ ਤਤ ਲੈਣਾ ਵਿਦਿਆ ਸੋਧੋ। ਵਿਦਿਆ ਸੋਧਣ ਵਾਲਾ, ਵਿਦਿਆ ਵਿਚਾਰਨ ਵਾਲਾ ਫਿਰ ਗੁਰਮੁਖ ਬਣ ਜਾਂਦਾ, ਫਿਰ ਵਿਦਵਾਨ ਨਹੀਂ ਰਹਿੰਦਾ। ਜਿਵੇਂ ਸੰਤ ਜਦ ਭਗਤ ਬਣਦੇ ਨੇ ਨਾ, ਤਾਂ ਉਹ ਸੰਤ ਨਹੀਂ ਕਹੂਦੇ। ਸੰਤਾਂ ਦਾ ਬਣਨੇ ਨਾ, ਸੰਤ ਤਾਂ ਹੁੰਦਾ ਹੀ ਨਹੀਂ ਹੈ ਇਹਦੇ। ਜਾਂ ਸੰਤਾਂ ਨੂੰ ਸਮਝ ਆਉਂਦੀ ਹੈ ਵੀ ਅਸੀਂ ਗਲਤ, ਆਪਣੇ ਆਪ ਨੂੰ ਸੰਤ ਕਹਿਣਾ ਗਲਤ ਹੈ, ਫਿਰ ਆਪਣੇ ਆਪ ਨੂੰ ਸੰਤ ਨਹੀਂ ਮੰਨਦੇ, ਭਗਤ ਮੰਨਦੇ। ਸੰਤ ਤਾਂ ਆਪਣੇ ਆਪ 'ਚ ਰਾਜਾ ਹੈ। ਹਾਂ, ਭਗਤ ਜਿਹੜਾ ਹੈਗਾ, ਭਗਤ ਦਾਸ ਹੈ, ਸੰਤ ਦਾਸ ਨਹੀਂ ਹੈ। ਸੰਤ ਦਾਸ ਨਹੀਂ ਹੋਏ, ਸੰਤਾਂ ਦੀ ਦਾਸਰੀ। ਸੰਤਾ ਕਹਿੰਦਾ ਮੇਰਾ ਦਾਸ ਹੋਵੋ। ਸੰਤਾ ਅੰਤਰਾਤਮਾ ਦਾ ਨਾਮ ਹੈ। ਸੰਤਾ ਸ਼ੁੱਧਮਾਨ ਹੈ। ਅਸ਼ੁੱਧਮਾਨ ਜਿਹੜਾ ਸਰੀਰ ਚੋਂ ਕਹਿੰਦਾ ਮੈਂ ਸੰਤ, ਤਾਂ ਬਲੈਕਮੇਲਰ ਹੋ ਗਿਆ। ਜਦੋਂ ਇਹ ਗੱਲ ਦੀ ਸਮਝ ਆਉਂਦੀ ਹੈ ਫਿਰ ਭਗਤ ਹੈ। ਕਹੋਦਾ ਭਗਤ ਹੁੰਦਾ ਦਾਸ, ਭਗਤੀ ਕਰੀ ਦੀ ਆਪ ਤੋਂ ਉੱਚੇ ਕਿਸੇ ਦੀ। ਸੰਤ ਕਿਸੇ ਦੀ ਭਗਤੀ ਕਿਹਦੀ ਕਰਨੀ? ਭਗਤੀ ਸੰਤ ਨੇ। ਸੰਤ ਨੇ ਕਿਸੇ ਦੀ ਭਗਤੀ ਨਹੀਂ ਕਰਨੀ। ਸੰਤ ਸ਼ਾਂਤੀ ਤਾਂ ਪਹਿਲਾਂ ਹੀ ਹੈ, ਉਹਨੂੰ ਭਗਤੀ ਦੀ ਲੋੜ ਕੀ ਹੈ? ਜਿਹੜਾ ਹੈ ਹੀ ਸੰਤ ਪਹਿਲਾਂ ਹੀ। ਭਗਤੀ ਤਾਂ ਉਹ ਕਰੇ ਜਿਹੜਾ ਸ਼ਾਂਤ ਹੈ। ਦਵਾਈ ਤਾਂ ਉਹ ਲਵੇ ਜਿਹਨੂੰ ਬਿਮਾਰੀ ਹੈ। ਸੰਤ ਨੂੰ ਤਾਂ ਕੋਈ ਬਿਮਾਰੀ ਹੁੰਦੀ ਹੋਈ ਨਹੀਂ। ਗੁਰੂ ਸਾਹਿਬ ਕੀ ਕਰ ਰਹੇ? ਹੁਣ ਸੰਤਨ ਕੀ ਰਹਿਣ ਪਿਆਰੇ, ਹੁਣ ਸੰਤਨ ਕੀ ਸਰਣਾ। ਹੁਣ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਤੇ ਸੰਤਾ ਭਗਤ ਤੋਂ ਉੱਚਾ ਹੋਇਆ, ਜਿਹੜਾ ਪਹਿਲਾਂ ਹੀ ਉੱਚਾ ਬਣਿਆ ਬੈਠਾ ਮਨਮੁਖ। ਫੇਰ ਦੱਸਿਆ ਵੀ ਸੰਤ ਹੁੰਦਾ ਕੀ ਹੈ। ਮੈਂ ਸੰਤ ਨਹੀਂ ਹੈਗਾ, ਹਾਂ ਮੰਗੂ ਸੰਤਨ ਰਹਿਣਾ। ਕਬੀਰ ਵੀ ਕਹਿ ਰਿਹਾ, ਮੈਂ ਨਹੀਂ ਕਿਸੇ ਕਾ ਦੇਣਾ।
ਇਹਨਾਂ ਨੂੰ ਤਾਂ ਇਹ ਨਹੀਂ ਪਤਾ ਸੰਤ ਹੁੰਦਾ ਕੌਣ ਹੈ, ਕੀ ਹੁੰਦਾ। ਜੇ ਇਹਨਾਂ ਨੂੰ ਪਤਾ ਹੀ ਨਹੀਂ ਸੰਤ ਕੀ ਹੁੰਦਾ, ਫਿਰ ਮੂਰਖ ਨਹੀਂ ਤਾਂ ਹੋਰ ਕੀ ਨੇ। ਇਹ ਵਿਦਵਾਨਾਂ ਦੇ ਚੇਲੇ ਹੁੰਦੇ ਨੇ, ਸੰਤ ਵਿਦਵਾਨਾਂ ਦੇ ਚੇਲੇ ਨੇ, ਆ ਵਿਦਵਾਨ ਨੇ, ਇੱਕੋ ਹੀ ਗੱਲ ਹੈ, ਇਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਰਿਸ਼ੀ ਮੁਨੀ ਵਿਦਵਾਨ ਸੀ, ਰਿਸ਼ੀ ਮੁਨੀ ਮੰਨ ਲਓ ਉਹ ਵੀ ਵਿਦਵਾਨ ਸੀ, ਇਹ ਵੀ ਵਿਦਵਾਨ ਨੇ। ਹਾਂ, ਵਿਦਵਾਨਾਂ ਦੇ ਵਿਚਾਰਿਆਂ ਨਾਲ ਇਹ ਫਰਕ ਹੈ, ਸੰਤ ਥੋੜੇ ਜਿਹੇ ਇਹਨਾਂ 'ਚ ਨਿਮਰਤਾ ਹੁੰਦੀ ਹੈ, ਸੰਤਾਂ 'ਚ ਗਿਆਨ ਦੀ ਘਾਟ ਹੁੰਦੀ ਹੈ, ਉਹ ਨਿਮਰਤਾ ਹੁੰਦੀ ਹੈ। ਵਿਦਵਾਨ ਉਹੀ ਵਾਹਾਂ ਦੇ ਆਟੇ ਵਾਂ ਆਕੜੇ ਜ਼ਿਆਦਾ ਹੁੰਦੇ ਨੇ ਵੀ ਅਸੀਂ ਵਿਦਵਤਾ ਬਹੁਤ ਹੈ ਸਾਨੂੰ। ਸੰਤ ਗੱਲ ਮੰਨ ਵੀ ਸਕਦੇ ਨੇ, ਮੰਨ ਵੀ ਲੈਂਦੇ ਨੇ, ਵਿਦਵਾਨ ਮੰਨ ਲੈਣੇ ਹੋਏ ਨਹੀਂ ਸਕਦਾ। ਇਸ ਕਰਕੇ ਪੰਡਤ ਕਿਸੇ ਨੇ ਗੱਲ ਨਹੀਂ ਮੰਨੀ ਗੁਰੂ ਦੀ, ਸੰਤਾਂ ਨੇ ਬਹੁਤਿਆਂ ਨੇ ਮੰਨ ਲਈ। ਸੰਤਾਂ ਨੇ ਤਾਂ ਬਹੁਤਿਆਂ ਨੇ ਮੰਨੀ ਇਹ ਗੱਲ। ਅਗਿਆਨੀ ਸੀ, ਗਿਆਨ ਮਿਲ ਗਿਆ, ਲੈ ਲਿਆ। ਸੰਤ ਗਿਆਨ ਲੈ ਲੈਂਦੇ ਨੇ, ਇਹ ਇੰਨਾ ਮੰਨਦੇ ਨੇ ਵੀ ਜੇ ਬਹੁਤਾ ਗਿਆਨ ਕਿਸੇ ਕੋਲੋਂ ਲੈ ਲਈਏ, ਕਿਸੇ ਘਾਟਾ ਨੂੰ ਦੇ ਦਈਏ। ਇਹ ਗੱਲ ਮੰਨਦੇ ਨੇ ਸਾਰੇ ਸੰਤ। ਵਿਦਵਾਨ ਨਹੀਂ ਇਹ ਗੱਲ ਮੰਨਦੇ, ਉਹ ਕਹਿੰਦਾ ਮੇਰੇ ਜਿਆਦਾ ਗਿਆਨ ਕਿਸੇ ਕੋਲ ਹੈ ਹੀ ਨਹੀਂ। ਇਹਨਾਂ ਦੀ ਇਹ ਗੱਲ ਹੁੰਦੀ ਹੈ। ਵਿਦਵਾਨ ਮੂਰਖ ਹੁੰਦੇ ਨੇ, ਮਨਮੁਖ ਹੁੰਦੇ ਨੇ, ਹੋ ਜਾਂਦੇ ਨੇ। ਜੇ ਵਿਦਵਾਨ ਰਹੇ, ਮਨਮੁਖ ਹੋ ਜਾਂਦਾ, ਪੱਥਰ ਹੋ ਜਾਂਦਾ, ਬਿਲਕੁਲ ਸੁਣਦਾ ਹੀ ਦੂਏ ਦੀ ਗੱਲ। ਉਹ ਕਹਿੰਦਾ ਮੇਰੇ ਜਿੰਨਾ ਗਿਆਨ ਹੈ ਹੀ ਨਹੀਂ ਕਿਸੇ ਕੋਲ। ਸੰਤਾਂ ਦੇ ਵਿੱਚ ਬਦਲਦੀ ਗੁਰੂ ਅਮਰਦਾਸ ਸੰਤੇ ਨੇ, ਪਹਿਲਾਂ ਸੰਤਾਂ ਜੋ ਆਏ ਹੋਏ ਨੇ, ਮਾਂ ਫਿਰ ਕਬੀਰ ਸੰਤਾਂ ਜੋ ਆਇਆ ਹੈ। ਇਹਨਾਂ 'ਚ ਬਦਲਣ ਦੀ ਕਪੈਸਿਟੀ ਹੁੰਦੀ ਹੈ, ਇੱਥੇ ਸੁਭਾਵ ਹੈ। ਪੜ੍ਹਾਈ ਇਹਨਾਂ ਨੂੰ ਹੋਰ ਤਰ੍ਹਾਂ ਦੀ ਹੈ, ਮੂਵੇਬਲ ਨੇ, ਥੋੜਾ ਜਿਹਾ ਨੰਬਰ ਉਧਰ ਨੂੰ ਸੁਧਾਰਵਾਦੀ ਇਹਨਾਂ ਨੂੰ ਸੰਗਤ ਮਿਲੀ ਹੋਈ ਹੈ। ਵਿਦਵਾਨਾਂ ਜੇਬ ਨਹੀਂ ਹੁੰਦੀ। ਸੰਤਾਂ ਦੇ ਡੇਰਿਆਂ 'ਚੋਂ ਤਾਂ ਆਦਮੀ ਆਏ ਨੇ, ਗੁਰਮੁਖ ਸੰਤਾਂ ਦੇ ਡੇਰਿਆਂ 'ਚੋਂ ਆਏ ਨੇ ਬਣ ਕੇ। ਕਾਲਜਾਂ ਸਕੂਲਾਂ 'ਚ ਹੋਈ ਨਹੀਂ ਆਇਆ ਗੁਰਮੁਖ ਬਣੇ ਕਦੇ। ਸੰਤਾਂ ਦੇ ਨਾਲ ਸੰਬੰਧਿਤ ਆਦਮੀ ਨੇ ਜਿਹੜੇ, ਉਹ ਆਏ ਨੇ, ਗੁਰਮੁਖ ਹੀ ਹੋਏ ਨੇ, ਇਹਨਾਂ 'ਚੋਂ ਹੋਏ ਨੇ, ਸੰਤਾਂ 'ਚੋਂ ਹੋਏ ਨੇ। ਪਰ ਸੰਤ ਨਹੀਂ ਕਹਾਏ ਫਿਰ ਉਹ। ਇਸ ਕਰਕੇ ਸੰਤਾਂ ਦੇ ਥੱਲੇ ਹੇਠ ਬਣੀ ਨਹੀਂ ਹੈ। ਇਹ ਗੱਲ ਸੰਤਾਂ ਨੂੰ ਸਮਝ ਲੈਣੀ ਚਾਹੀਦੀ ਹੈ, ਗੱਲ ਕੀ ਕਹੀ ਹੈ। ਜਿਹੜਾ ਇਹ ਗੱਲ ਸਮਝ ਲੈਂਦਾ ਉਹ ਅੱਗੇ ਤਰੱਕੀ ਕਰਦਾ, ਫਿਰ ਉਹ ਦਾਸ ਬਣਦਾ, ਫਿਰ ਸੰਤ ਨਹੀਂ ਕਹਾਉਂਦਾ, ਉਹ ਗੁਰੂ ਨਹੀਂ ਬਣਦਾ। ਜਿੰਨਾ ਚਿਰ ਰਾਮਾਨੰਦ ਗੁਰੂ ਬਣਿਆ ਹੋਇਆ, ਉਹਨਾਂ ਜਿਹੜੇ ਮੂਰਖ ਹੈ। ਜਦ ਕਬੀਰ ਨੂੰ ਪਤਾ ਲੱਗਿਆ, ਕਬੀਰ ਤੇ ਬੱਚੇ ਦੇ ਫਿਰ ਪਲਟ ਗਿਆ। ਇੱਕੋ ਸ਼ਬਦ ਹੈ ਰਾਮਾਨੰਦ। ਹਾਂ, ਇਮਾਨਦਾਰ ਸੀ ਰਾਮਾਨੰਦ, ਸ਼ਾਸਤਰ ਪੜ੍ਹੇ ਸੀ, ਨਹੀਂ ਸੀ ਪਤਾ। ਕਬੀਰ ਦੀ ਗੱਲ ਨੂੰ ਫੜਕ ਬਣ ਗਿਆ। ਇਹ ਨਹੀਂ ਦੇਖਿਆ ਵੀ ਕਬੀਰ ਮੇਰਾ ਚੇਲਾ ਸੀ ਕੱਲ, ਅੱਜ ਮੈਂ ਇਹਦੀ ਗੱਲ ਕਿਉਂ ਸੁਣਾ ਚੋ ਮੰਨੋ, ਝੱਟ ਬਣ ਗਿਆ। ਜਾਂ ਕਬੀਰ ਨੇ ਕਿਹਾ ਵੀ ਗੱਲ ਤਾਂ ਹੈ, ਕਿਸੇ ਪਰਮਾਤਮਾ ਦੀ ਭਗਤੀ ਦੀ ਲੋੜ ਨਹੀਂ ਹੈ, ਇਹਨੇ ਆਪ ਹੀ ਪਰਮਾਤਮਾ ਬਣਨਾ, ਆਤਮ ਜਾਣਿਆ ਪਰਮਾਤਮਾ ਸੋਈ। ਉਹਨੇ ਕਹੋ ਇਹ ਤਾਂ ਦਾਲ ਹੈ, ਇੱਕ ਹੀ ਨਹੀਂ ਹੋਣਾ, ਬਾਹਰੋਂ ਇੱਕ ਕਿਤੋਂ ਨਹੀਂ ਮਿਲਣਾ, ਝੱਟ ਬਣ ਜਾਓ। ਕਹਿੰਦਾ ਹਾਂ ਠੀਕ ਹੈ, ਵਾਹ ਮੰਨਿਆ, ਸਵਾਲ ਠੀਕ ਨਿਕਲਿਆ। ਸਵਾਲ ਇਹ ਹੈ ਨਾ, ਜਵਾਬ ਮਿਲ ਗਿਆ, ਜਵਾਬ ਮਿਲਿਆ ਅੰਦਰੋਂ, ਬਾਹਰ ਨਹੀਂ ਹੈ ਕੁਛ ਵੀ। ਬਾਹਰ ਟੋਲਣਾ ਸੀ, ਬਸ ਉਹ ਬਾਹਰ ਟੋਲਦਾ ਸੀ। ਫਿਰ ਕਹਿੰਦਾ ਵਹਾਂ ਤਾਂ ਜਾਈਏ ਜੋ यहाँ ਨਾ ਹੋਏ। ਮੰਦਰ 'ਚ ਕੀ ਕਰਨ ਜਾਣਾ, ਮੰਦਰ ਤਾਂ ਹੀ ਨਹੀਂ ਕੁਛ। ਮੰਦਰ ਚੱਲਿਆ ਸੀ ਨਾ ਥਾਲੀ ਲੈ ਕੇ, ਥਾਲੀ ਰੱਖ ਵੀ ਹੈ ਅੰਦਰ ਮੇਰੇ। ਮਨ ਮੰਦਰ ਦੇ ਵਿੱਚ ਹੈ, ਮਨ ਆਪਣੇ ਆਪ 'ਚ ਮੰਦਰ ਹੈ ਇੱਕ। ਮਨ ਮੰਦਰ ਤਨ ਵੇਸ ਕਲੰਦਰ, ਮਨ ਮੰਦਰ ਦੇ ਵਿੱਚ ਨਿਵਾਸ ਹੈ ਉਹਦਾ। ਮਨ ਮੰਦਰ ਹੈ, ਗੁਰਦੁਆਰਾ ਹੈ, ਅੰਦਰੇ ਬੈਠਾ ਗੁਰਦੇਵ। ਜਿਹੜਾ ਗੁਰਦੇਵ, ਮਾਤਾ ਗੁਰਦੇਵ ਪਿਤਾ ਅੰਦਰੇ ਹੈ ਇਹਦੇ ਆਪਣੇ। ਮਹਾਕਾਮ ਕਾਮੰ ਮਹਾਭੋਗ ਭੋਗੰ। ਮਹਾਭੋਗ ਭੋਗ। ਕਾਮਨਾ ਕਿੰਨੀ ਹੈ ਤੇਰੇ ਅੰਦਰ, ਕਿੰਨੀ ਕਾਮਨਾ? ਕਿਸੇ ਦੇ ਅੰਦਰ ਇਹਦੀ ਕਾਮਨਾ ਹੈ ਹੀ ਨਹੀਂ। ਉਹ ਕਿਸੇ ਨੂੰ ਆਪਣਾ ਫਿਕਰ ਹੋਊ, 4 ਨਿਆਣਿਆਂ ਦਾ ਫਿਕਰ ਹੋਊ, 10 ਦਾ ਫਿਕਰ ਹੋਊ, ਟੱਬਰ ਦਾ ਫਿਕਰ ਹੋਊ, ਕਬੀਲੇ ਦਾ ਫਿਕਰ ਹੋਊ, ਚਲੋ ਰਾਜ ਦਾ ਫਿਕਰ ਹੋਊ, ਤੈਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ।
ਸਾਰੀ ਸ੍ਰਿਸ਼ਟੀ ਆ ਧਰਤੀ ਛੱਡ ਕੇ ਖਬਰਾਂ ਕਿੰਨੀਆਂ ਧਰਤੀਆਂ ਤੇ ਹੋਰ ਜੀਵ ਫਿਰ ਸਭ ਕੁਝ ਪੌਣ ਚੱਲਦੀ ਹੈ ਭੈ ਵਿੱਚ ਪਵਨ ਚੱਲੇ ਸਰਬੋ ਕਿਤੇ ਕਿਤੇ ਸਾਰਿਆਂ ਨੂੰ ਰੋਜੀ ਦੇਣੀ ਤੇਰੇ ਜਿੰਨੀ ਕਾਮਨਾ ਕੀ ਚ ਮਹਾ ਕਾਮ ਕਾਮੰ ਮਹਾ ਭੋਗ ਭੋਗਮ ਤੇਰੀ ਡਿਊਟੀ ਵੀ ਹੈ ਨਾ ਇੱਛਾ ਵੀ ਹੈ ਤੈਨੂੰ ਲੋੜ ਵੀ ਇੰਨੀ ਹੈ ਪਰ ਲੋੜ ਪਰਉਪਕਾਰ ਪਰਮਾਰਥ ਦੀ ਲੋੜ ਹੈ ਸਵਾਰਥ ਦੀ ਲੋੜ ਨਹੀਂ ਹੈ ਬਸ ਇੰਨਾ ਫਰਕ ਲੋੜ ਸਵਾਰਥ ਦੀ ਹੈ ਪਰਮਾਰਥ ਦੀ ਨਹੀਂ ਕਿਹੜਾ ਕਿਸੇ ਦਾ ਮੰਗਣਾ ਸਮਰੱਥਾ ਤੂੰ ਸਮਰੱਥਾ ਹਾਂਜੀ ਮਹਾ ਭੋਗ ਭੋਗਮ ਮਹਾ ਭੋਗ ਭੋਗ ਜੇ ਭੋਗ ਹੋਵੇ ਕਿੰਨਾ ਚਾਹੀਦਾ ਸਾਰੇ ਪਦਾਰਥ ਤੇਰੇ ਹੀ ਨੇ ਭੋਗਣ ਵਾਲੇ ਤੇਰਾ ਹੀ ਰੂਪ ਹੈ ਤੇਰਾ ਹੀ ਪਰਿਵਾਰ ਹੈ ਦੂਆ ਤਾਂ ਕੋਈ ਹੈ ਉਹ ਨਹੀਂ ਤੇ ਦੂਆ ਹੀ ਨਹੀਂ ਕੋਈ ਇੱਕੋ ਟੱਬਰ ਹੈ ਸਾਰੇ ਟੱਬਰ ਦਾ ਹੁਣ ਜ਼ਿੰਮੇਵਾਰੀ ਜਿਹੜਾ ਘਰ ਦਾ ਆਗੂ ਹੋਵੇ ਉਸੇ ਤੇ ਹੁੰਦੀ ਹੈ ਸਾਰਿਆਂ ਦਾ ਫਿਕਰ ਹੈ ਤੈਨੂੰ ਕਹਿੰਦਾ ਨਹੀਂ ਸਭ ਦਾ ਫਿਕਰ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਜਦੋਂ ਉਹਨੂੰ ਚਿੰਤਾ ਹੈ ਤੇ ਉਹਨੂੰ ਭੋਗ ਕਰਨਾ ਚਾਹੀਦਾ ਸਭ ਰਸ ਭੋਗ ਵੈ ਸੋਈ ਸਭ ਰਸ ਭੋਗ ਵੈ ਸੋਈ ਹਾਂਜੀ